ਸ੍ਰੀ ਦਰਬਾਰ ਸਾਹਿਬ ਦਾ ਨਿਆਰਾ ਮਹੱਤਵ, ਇਤਿਹਾਸ ਦੀ ਗਵਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਾਲ ਦੇ ਦੌਰਾਨ ਆਪੋ ਆਪਣੇ ਸਮੇਂ ਗੁਰੂ ਸਾਹਿਬਾਨ ਖੁਦ ਹੀ ਸਿੱਖ ਲਹਿਰ ਦਾ ਕੇਂਦਰ ਅਥਵਾ ਧੁਰਾ ਸਨ। ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾ ਜਾਣ 1708 ਈਸਵੀ ਤੋਂ ਬਾਅਦ ਰਾਜਸੀ ਸੈਨਿਕ ਖੇਤਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪੰਥ ਦੀ ਯੋਗ ਰਹਿਨੁਮਾਈ ਕਰਦੇ ਰਹੇ। ਪਰ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 1716 ਈਸਵੀ ਦੇ ਨਾਲ ਹੀ ਉਸ ਦੁਆਰਾ ਉਸਾਰੀ ਸਿੱਖ ਰਾਜਸੀ ਸੱਤਾ ਆਪਣੀ ਬਾਲ ਉਮਰੇ ਹੀ ਹਕੂਮਤੀ ਜ਼ਬਰ ਦੇ ਵਹਿਸ਼ੀ ਝਖੇੜੇ ਨਾਲ ਤਹਿਸ ਨਹਿਸ ਹੋ ਕੇ ਰਹਿ ਗਈ ਸੀ। ਇਹੀ ਉਹ ਸਮਾਂ ਸੀ ਜਦ ਆਗੂ ਵੀ ਹੁਣੇ ਤੇ ਸੱਤਾ ਤੋਂ ਮਹਿਰੂਮ ਹੋਏ ਖਾਲਸਾ ਪੰਥ ਨੇ ਆਪਣੀਆਂ ਸਰਗਰਮੀਆਂ, ਆਪਣੀ ਰੂਹਾਨੀ ਤੇ ਸਿਆਸੀ ਰਾਜਧਾਨੀ ਅਤੇ ਆਪਣੀ ਸੈਨਿਕ ਓਟ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਤਬਦੀਲ ਕਰ ਲਿਆ ਅਤੇ ਆਪਣੀ ਦੋਹਰੀ ਬਾਦਸ਼ਾਹੀ ਦੇ ਫਲਸਫੇ ਦੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਨੂੰ ਸਮੂਹਕ ਸਾਂਝੇ ਰੂਪ ਵਿੱਚ ਨਿਭਾਉਣ ਦਾ ਜ਼ਿੰਮਾ ਲੈ ਲਿਆ। ਉਦੋਂ ਤੋਂ ਲੈ ਕੇ ਦਰਬਾਰ ਸਾਹਿਬ ਸਮੂਹ ਸਿੱਖ ਜਗਤ, ਸਿੱਖ ਇਤਿਹਾਸ, ਰਾਜਨੀਤੀ ਤੇ ਸਿੱਖ ਖੁਦਾਈ ਨੂਰ ਦਾ ਕੇਂਦਰ ਬਣਿਆ ਹੋਇਆ ਹੈ। ਪਿਛਲੇ 250 ਸਾਲਾਂ ਦੇ ਸਮੁੱਚੇ ਅਰਸੇ ਦੌਰਾਨ ਸਿੱਖ ਭਲੇ ਹੀ ਵੇਲੇ ਦੀ ਹਕੂਮਤ ਦੁਆਰਾ ਬਾਗੀ ਕਰਾਰ ਦਿੱਤੇ ਗਏ ਹੋਣ, ਭਲੇ ਹੀ ਸ੍ਰੀ ਦਰਬਾਰ ਸਾਹਿਬ ਤੇ ਇਸ ਦੇ ਭਵਨ ਸਮੂਹ ਨੂੰ ਮਲਬਾ ਬਣਾ ਦਿੱਤਾ ਗਿਆ ਹੋਵੇ, ਜਾਂ ਇਸ ਉੱਤੇ ਹਕੂਮਤ ਨੇ ਜਬਰੀ ਕਬਜ਼ਾ ਜਮਾ ਲਿਆ ਹੋਵੇ, ਰਾਜਸੀ ਪੱਖ ਤੋਂ ਸਿੱਖ ਆਜ਼ਾਦ ਰਹੇ ਹੋਣ ਜਾਂ ਦੁਬੇਲ, ਉਹਨਾਂ ਇਹ ਪੋਜੀਸ਼ਨ ਕਦੇ ਨਹੀਂ ਤਿਆਗੀ ਜਾਂ ਇਸ ਗੱਲ ਤੇ ਉਹਨਾਂ ਕਦੇ ਸਮਝੌਤਾ ਨਹੀਂ ਕੀਤਾ। ਨੰਬਰ 1 ਕਿ ਦਰਬਾਰ ਸਾਹਿਬ ਤੇ ਇਸ ਦਾ ਚੌਗਿਰਦਾ ਸਿੱਖ ਜਗਤ ਦਾ ਧੁਰਾ ਹੈ, ਕਿਸੇ ਦੁਨਿਆਵੀ ਸ਼ਕਤੀ ਦੀ ਮਿਹਰਬਾਨੀ ਦੀ ਵਜ੍ਹਾ ਕਰਕੇ ਨਹੀਂ, ਸਗੋਂ ਸਿੱਖਾਂ ਦੇ ਜਨਮ ਸਿੱਧ ਤੇ ਸੁਤੰਤਰ ਅਧਿਕਾਰ ਕਰਕੇ। ਨੰਬਰ 2 ਸੱਚੇ ਸਿੱਖ ਸਿਧਾਂਤ ਅੰਦਰ ਲੋਕ ਤੇ ਪਰਲੋਕ ਵਿਚਕਾਰ, ਸੰਸਾਰਕ ਤੇ ਧਾਰਮਿਕ ਵਿਚਕਾਰ ਅਤੇ ਰਾਜਨੀਤਿਕ ਤੇ ਆਤਮਿਕ ਵਿਚਕਾਰ ਕੋਈ ਕਤਈ ਦੋਵੰਡ ਨਹੀਂ। ਇੱਥੇ ਇਸ ਅਹਿਮ ਤੱਥ ਦਾ ਜ਼ਿਕਰ ਕਰਨਾ ਕੁਥਾਵਾਂ ਨਹੀਂ ਹੋਵੇਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਕਾਲ ਦੇ ਦੌਰਾਨ ਹੀ, ਖਾਸ ਕਰਕੇ ਉਸ ਦੇ ਜੀਵਨ ਦੇ ਆਖਰੀ 2-2.5 ਵਰ੍ਹਿਆਂ ਦੌਰਾਨ, ਜਦ ਖਾਲਸਾ ਪੰਥ ਦੇ ਤਗੜੇ ਹਿੱਸਿਆਂ ਦੇ ਮਨਾਂ ਅੰਦਰ ਗੁਰਮਤਿ ਸਿਧਾਂਤ ਅਤੇ ਬੰਦਾ ਸਿੰਘ ਬਹਾਦਰ ਵੱਲੋਂ ਅਪਣਾਈ ਜੀਵਨ ਮਰਜ਼ਾਦਾ ਦੇ ਕੁਝ ਪੱਖਾਂ ਨੂੰ ਲੈ ਕੇ ਉਸ ਪ੍ਰਤੀ ਤਿੱਖੇ ਸ਼ੰਕੇ, ਇਤਰਾਜ਼ ਤੇ ਵਿਰੋਧ ਉਪਜਣੇ ਸ਼ੁਰੂ ਹੋ ਗਏ ਸਨ, ਤਾਂ ਖਾਲਸੇ ਦੇ ਇਸ ਵਰਗ ਨੇ ਆਤਮਿਕ ਬਲ ਤੇ ਧਾਰਮਿਕ ਰਾਜਨੀਤਿਕ ਸੇਧ ਲਈ ਸ੍ਰੀ ਦਰਬਾਰ ਸਾਹਿਬ ਸਮੂਹ ਦੀ ਓਟ ਲੈਣੀ ਸ਼ੁਰੂ ਕਰ ਦਿੱਤੀ ਹੋਈ ਸੀ ਅਤੇ ਆਪਣੇ ਕੌਮੀ ਮਸਲਿਆਂ, ਸੰਸਿਆਂ, ਸਰੋਕਾਰਾਂ, ਅਮਲੀ ਕਾਰਜਾਂ ਤੇ ਯੋਜਨਾਵਾਂ ਬਾਰੇ ਵਿਚਾਰਾਂ ਤੇ ਮਸ਼ਵਰਿਆਂ ਲਈ ਆਪਣੀ ਇਸ ਧਾਰਮਿਕ ਤੇ ਸਿਆਸੀ ਰਾਜਧਾਨੀ ਦਾ ਜਥਾਯੋਗ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਥੋੜੇ ਚਿਰਾਂ ਬਾਅਦ ਹੀ ਦਿੱਲੀ ਦੇ ਮੁਗਲ ਦਰਬਾਰ ਦੀ ਸ਼ਹਿ ਤੇ ਸਰਪ੍ਰਸਤੀ ਹੇਠ ਲਾਹੌਰ ਦੇ ਜ਼ਾਲਮ ਗਵਰਨਰ ਅਬੁੱਧ ਸਮਾਦਕ ਖਾਂ 1713 ਤੋਂ 1726 ਈਸਵੀ ਨੇ ਖਾਲਸਾ ਪੰਥ ਵਿਰੁੱਧ ਜਬਰ ਦੀ ਇੱਕ ਬਹੁਤ ਹੀ ਹੈਂਸਿਆਰੀ ਮੁਹਿੰਮ ਵਿੱਢ ਦਿੱਤੀ ਸੀ, ਜਿਸ ਸਦਕਾ ਜੁਝਾਰ ਖਾਲਸੇ ਨੂੰ ਘਰ-ਬਾਰ ਛੱਡ ਕੇ ਜੰਗਲਾਂ, ਬੇਲਿਆਂ ਤੇ ਮਾਰੂਥਲਾਂ 'ਚ ਸ਼ਰਨ ਲੈਣ ਲਈ ਮਜਬੂਰ ਹੋਣਾ ਪੈ ਗਿਆ ਸੀ। ਉਸ ਵੇਲੇ ਸਿੰਘਾਂ ਦੇ ਨਿਹੱਥੇ ਤੇ ਨਿਰਦੋਸ਼ ਪਰਿਵਾਰਾਂ ਨੂੰ ਮੁਗਲ ਫੌਜੀ ਦਸਤਿਆਂ ਨੇ ਮਾਝਾ ਖੇਤਰ ਦੇ ਬਦਨਾਮ ਸਰਕਾਰੀ ਮੁਖਬਰਾਂ ਤੇ ਪਿੱਠੂਆਂ ਦੇ ਬੇਹੱਦ ਘਿਨਾਉਣੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਜੁਝਾਰੂ ਖਾਲਸੇ ਕੋਲ ਜਿਉਂ ਹੀ ਬੇਦੋਸ਼ੇ ਸਿੱਖ ਪਰਿਵਾਰਾਂ ਉੱਤੇ ਜ਼ੁਲਮਾਂ ਦੀਆਂ ਦਿਲ ਚੀਰਵੀਆਂ ਖਬਰਾਂ ਪਹੁੰਚੀਆਂ, ਤਾਂ ਉਹਨਾਂ ਅੰਦਰ ਜ਼ੁਲਮ ਦਾ ਟਾਕਰਾ ਕਰਨ ਲਈ ਦੂਣਾ ਚੌਣਾ ਜੋਸ਼ ਤੇ ਰੋਹ ਜਾਗ ਉੱਠਿਆ। ਘਰਾਂ ਤੋਂ ਟਲੇ ਸਿੰਘ ਜੰਗਲਾਂ, ਬੇਲਿਆਂ ਨੂੰ ਛੱਡ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਮਾਝੇ ਅੰਦਰ ਆ ਇਕੱਠੇ ਹੋਏ ਅਤੇ ਇਸ ਹਕੂਮਤੀ ਹਨੇਰਗਰਦੀ ਵਿਰੁੱਧ ਇੱਕ ਬਕਾਇਦਾ ਜਥੇਬੰਦ, ਹਥਿਆਰਬੰਦ ਟੱਕਰ ਸ਼ੁਰੂ ਕਰ ਦਿੱਤੀ, ਜੋ ਕਈ ਉਤਰਾਵਾਂ ਚੜਾਵਾਂ ਚੋਂ ਲੰਘਦੀ ਹੋਈ ਨਿਰੰਤਰ ਉਦੋਂ ਤੱਕ ਚੱਲਦੀ ਰਹੀ ਜਦ ਤੱਕ ਪੰਜਾਬ ਦੀ ਧਰਤੀ ਉੱਤੇ ਆਜ਼ਾਦ ਖਾਲਸਾ ਰਾਜ ਦੇ ਕੇਸਰੀ ਨਿਸ਼ਾਨ ਨਹੀਂ ਸਨ ਝੂਲਣ ਲੱਗ ਪਏ। ਖਾਲਸਾ ਪੰਥ ਦੀ ਇਸ ਸੂਰਮਗਤੀ ਭਰੀ
ਟਾਕਰਾ ਜੰਗ ਦਾ ਖਾਸੋ ਖਾਸ ਤੇ ਵਿਲੱਖਣ ਪਹਿਲੂ ਇਹ ਸੀ ਕਿ ਇਹਨਾਂ ਬਿਪਤੇ ਭਰੇ ਤੇ ਲਹੂ ਨੁੱਚੜਵੇਂ ਸਮਿਆਂ ਅੰਦਰ ਖਾਲਸਾ ਜੀ ਦੇ ਮਨ ਦੀ ਤਾਰ ਲਗਾਤਾਰ ਸ੍ਰੀ ਦਰਬਾਰ ਸਾਹਿਬ ਨਾਲ ਜੁੜੀ ਰਹੀ। ਕੋਈ ਗੈਬੀ ਕਸ਼ਿਸ਼ ਉਸ ਨੂੰ ਵਾਰ-ਵਾਰ ਦਰਬਾਰ ਸਾਹਿਬ ਵੱਲ ਖਿੱਚਦੀ ਰਹੀ ਅਤੇ ਬੇਰਹਿਮ ਹਕੂਮਤੀ ਬੰਦਿਸ਼ਾਂ ਦੇ ਬਾਵਜੂਦ ਸਰੋਵਰ ਅੰਦਰ ਚੁੱਭੀ ਲਾਉਣ ਦਾ ਚਾਉ ਤੇ ਵਲਵਲਾ ਉਸ ਨੂੰ ਮੌਤ ਨਾਲ ਲੁਕਣ ਮੀਚੀ ਖੇਡਣ ਲਈ ਪ੍ਰੇਰਦਾ ਰਿਹਾ। ਜਦ ਸਿੱਖ ਧਰਮ ਦਾ ਖੁਰਾ ਖੋਜ ਮਿਟਾਉਣ ਤੇ ਤੁਲੇ ਮੁਗਲ ਹਾਕਮਾਂ ਨੇ ਖਾਲਸੇ ਦਾ ਪੰਜਾਬ ਦੀ ਧਰਤੀ ਤੇ ਜਿਉਣਾ ਦੁੱਭਰ ਕਰ ਦਿੱਤਾ ਹੋਇਆ ਸੀ, ਜੰਗਲਾਂ ਬੇਲਿਆਂ ਅੰਦਰ ਵੀ ਉਹਨਾਂ ਦਾ ਲਗਾਤਾਰ ਸ਼ਿਕਾਰ ਪਿੱਛਾ ਕੀਤਾ ਜਾ ਰਿਹਾ ਸੀ। ਉਹਨਾਂ ਦੇ ਪਰਿਵਾਰ ਤੇ ਘਰ-ਬਾਰ ਉਜਾੜ ਦਿੱਤੇ ਗਏ ਸਨ। ਸਿਦਕਵਾਨ ਸਿੰਘੜੀਆਂ ਉੱਤੇ ਦਿਲਾਂ ਨੂੰ ਦਹਿਲਾ ਦੇਣ ਵਾਲੇ ਅਤਿਆਚਾਰ ਢਾਏ ਜਾ ਰਹੇ ਸਨ ਅਤੇ ਉਹਨਾਂ ਦੇ ਦੁੱਧ ਚੁੰਘਦੇ ਮਾਸੂਮ ਬਾਲਾਂ ਨੂੰ ਬਰਛੀਆਂ ਦੀਆਂ ਨੋਕਾਂ ਤੇ ਟੰਗਿਆ ਜਾ ਰਿਹਾ ਸੀ। ਤਾਂ ਉਸ ਵੇਲੇ ਵੀ ਸਿੰਘ ਆਪਣੇ ਛੁਪਣ ਠਿਕਾਣਿਆਂ ਚੋਂ ਨਿਕਲ ਕੇ ਰਾਤ ਬਰਾਤੇ ਘੋੜਿਆਂ ਤੇ ਸਵਾਰ ਹੋ ਕੇ ਅਸਮਾਨੀ ਬਿਜਲੀ ਦੀ ਲਿਸ਼ਕੋਰ ਵਰਗੀ ਤੇਜ਼ੀ ਨਾਲ ਸ੍ਰੀ ਦਰਬਾਰ ਸਾਹਿਬ ਦੇ ਸਨਮੁਖ ਆਪ ਪ੍ਰਗਟ ਹੁੰਦੇ ਸਨ ਅਤੇ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਅਮੋੜ ਚਾਉ ਪੂਰਾ ਕਰਕੇ ਮੁੜ ਰਾਤ ਦੇ ਹਨੇਰੇ ਵਿੱਚ ਅਲੋਪ ਹੋ ਜਾਇਆ ਕਰਦੇ ਸਨ। ਸਿੱਖ ਧਰਮ ਤੇ ਇਤਿਹਾਸ ਵਿੱਚ ਗੂੜੀ ਦਿਲਚਸਪੀ ਰੱਖਣ ਵਾਲੇ ਖੋਜੀ ਜੌਹਨ ਮੈਲਕਮ ਨੇ ਸਿੱਖਾਂ ਦੀ ਆਪਣੇ ਇਸ਼ਟ ਨਾਲ ਇਸ ਅਨੋਖੀ ਮੁਹੱਬਤ ਦੀ ਦਾਦ ਇਹਨਾਂ ਸ਼ਬਦਾਂ ਵਿੱਚ ਦਿੱਤੀ ਹੈ। ਇੱਕ ਸਮਕਾਲੀ ਮੁਸਲਮ ਲਿਖਾਰੀ ਦੇ ਦੱਸਣ ਮੁਤਾਬਕ ਤੇਜ਼ ਰਫ਼ਤਾਰ ਸਿੱਖ ਘੋੜਸਵਾਰ ਛੂਟ ਵੱਟ ਕੇ ਆਪਣੀ ਸ਼ਰਧਾ ਦੇ ਕੇਂਦਰ ਵੱਲ ਆਉਂਦੇ ਆਮ ਵੇਖੇ ਜਾਂਦੇ ਸਨ। ਇਹ ਕੋਸ਼ਿਸ਼ ਵਿੱਚ ਉਹ ਅਕਸਰ ਜਾਨ ਤੋਂ ਹੱਥ ਧੋ ਬਹਿੰਦੇ ਸਨ, ਕਈ ਵਾਰ ਪਕੜੇ ਜਾਂਦੇ ਸਨ, ਪਰ ਅਜਿਹੇ ਮੌਕੇ ਉਹ ਮਰਨ ਤੋਂ ਟਰਨ ਦੀ ਥਾਵੇਂ ਸ਼ਹਾਦਤ ਦਾ ਤਾਜ ਪਹਿਨਣ ਨੂੰ ਤਰਜੀਹ ਦਿੰਦੇ ਸਨ। ਉਸੇ ਮੁਸਲਮਾਨ ਲੇਖਕ ਅਨੁਸਾਰ ਅੰਮ੍ਰਿਤਸਰ ਵੱਲ ਜਾਂਦਾ ਜੋ ਵੀ ਸਿੱਖ ਪਕੜਿਆ ਗਿਆ, ਉਸ ਵੱਲੋਂ ਆਪਣਾ ਧਰਮ ਛੱਡ ਜਾਣ ਦੀ ਇੱਕ ਵੀ ਉਦਾਹਰਨ ਨਹੀਂ ਮਿਲਦੀ। ਨੋਟ: ਇਸ ਭਿਆਨਕ ਸਮੇਂ ਦੇ ਚਸ਼ਮਦੀਦ ਗਵਾਹ ਇੱਕ ਮੁਸਲਿਮ ਇਤਿਹਾਸਕਾਰ ਖਾਫੀ ਖਾਨ ਨੂੰ ਉਸ ਵੇਲੇ ਪੰਜਾਬ ਸਿੱਖਾਂ ਦੇ ਲਹੂ ਨਾਲ ਛਲਕਦੀ ਥਾਲੀ ਸਮਾਨ ਜਾਪਿਆ ਸੀ। ਨਾਮਵਰ ਸਿੱਖ ਵਿਦਵਾਨ ਅਤੇ ਪੰਜਾਬੀ ਦੇ ਸਿਰਮੌਰ ਕਵੀ ਤੇ ਗਲਪਕਾਰ ਭਾਈ ਵੀਰ ਸਿੰਘ ਨੇ ਇਤਿਹਾਸ ਦੇ ਇਹਨਾਂ ਕਹਿਰ ਭਰੇ ਸਮਿਆਂ ਦੌਰਾਨ ਸਿੱਖਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਪ੍ਰਤੀ ਪ੍ਰਗਟਾਏ ਸਨੇਹ ਤੇ ਨਿਸ਼ਠਾ ਦੀਆਂ ਕੁਝ ਕੁ ਅਜਿਹੀਆਂ ਉਦਾਹਰਨਾਂ ਦਰਸਾਈਆਂ ਹਨ ਜੋ ਕਿਸੇ ਪੁਰਾਣਕ ਕਥਾ ਨਾਲੋਂ ਘੱਟ ਨਹੀਂ ਮੰਨੀਆਂ ਜਾ ਸਕਦੀਆਂ। ਭਾਈ ਸਾਹਿਬ ਦੇ ਦੱਸਣ ਮੁਤਾਬਕ ਖਾਲਸੇ ਲਈ ਜਦੋਂ ਤੁਰਕਾਨੀ ਕਹਿਰ ਦੁਪਹਿਰ ਵਾਂਗ ਚਮਕ ਰਿਹਾ ਸੀ ਅਤੇ ਦਰਬਾਰ ਸਾਹਿਬ ਅੰਦਰ ਸਿੱਖਾਂ ਦੇ ਦਾਖਲੇ ਨੂੰ ਰੋਕਣ ਲਈ ਇਸ ਦੇ ਚਾਰੋਂ ਤਰਫ ਤਲਵਾਰਾਂ ਬੰਦੂਕਾਂ ਨਾਲ ਲੈਸ ਪਹਿਰੇਦਾਰ ਖੜਾਏ ਹੋਏ ਸਨ, ਤਾਂ ਅਜਿਹੇ ਭਿਆਨਕ ਸਮੇਂ ਕਿਸੇ ਸਿੱਖ ਦਾ ਦਰਬਾਰ ਸਾਹਿਬ ਦੀ ਜੂਹ ਅੰਦਰ ਦਾਖਲ ਹੋਣਾ ਮੌਤ ਨੂੰ ਬੁਲਾਵਾ ਦੇਣਾ ਸੀ। ਪਰ ਵੀਰ ਸਿੱਖ ਕੌਮ ਪਾਸੋਂ ਇਹ ਕਦ ਬਰਦਾਸ਼ਤ ਹੋ ਸਕਦਾ ਸੀ ਕਿ ਮੰਦਰ ਦੇ ਦਰਵਾਜ਼ੇ ਬੰਦ ਰਹਿਣ ਤੇ ਝਾੜੂ ਤੱਕ ਵੀ ਨਾ ਹੋਵੇ। ਸਾਂਦਲਬਾਰ ਵਿੱਚ ਦਰਬਾਰ ਸਾਹਿਬ ਦਾ ਹਾਲ ਜੋ ਪਹੁੰਚਾ ਤਾਂ ਤਦ ਭਾਈ ਮਨਸ਼ਾ ਸਿੰਘ ਜੀ ਉੱਠ ਖੜੇ ਹੋਏ ਤੇ ਬੋਲੇ, ਵਰ ਦਿਓ ਖਾਲਸਾ ਜੀ, ਸਾਡੇ ਇਸ਼ਟ ਮੰਦਰ ਦੀ ਸਾਡੇ ਬੈਠਿਆਂ ਸੇਵਾ ਵਿਸਰ ਰਹੀ ਹੈ, ਉਹ ਸੇਵਾ ਸਿਰ ਚਾਹੀਏ। ਜਥੇ ਨੇ ਅਰਦਾਸਾ ਸੋਧ ਕੇ ਪਿਆਰੇ ਵੀਰ ਨੂੰ ਤੋਰ ਦਿੱਤਾ। ਸੇਵਾ ਦੀ ਮਨਸ਼ਾ ਧਾਰ ਕੇ ਮਨਸ਼ਾ ਸਿੰਘ ਹੋਰੀ ਭੇਸ ਵਟਾ ਕੇ ਅੰਮ੍ਰਿਤਸਰ ਪਹੁੰਚੇ। ਸ਼ਹਿਰ ਤੋਂ ਬਾਹਰ ਇੱਕ ਡੂੰਘੀ ਖਾਈ ਦੇ ਕਿਨਾਰੇ ਇੱਕ ਘੋੜਾ ਪੁੱਟਿਆ, ਜਿਸ ਵਿੱਚ ਬੈਠ ਕੇ ਦਿਨ ਬਿਤਾਉਣਾ। ਉਧਰ ਰਾਤ ਨੇ ਹਨੇਰਾ ਕੀਤਾ, ਇੱਧਰ ਇਹ ਸ਼ੇਰ ਦੀ ਤਰ੍ਹਾਂ ਦੱਬਵੇਂ ਪੈਰ ਰੱਖ ਕੇ ਦਰਬਾਰ ਸਾਹਿਬ ਪਹੁੰਚੇ। ਸਿਰ ਪਰ ਝਾੜੂ, ਘਿਓ, ਦੀਵਾ, ਵੱਟੀ ਤੇ ਸੁਆਹ ਦੇ ਵਿੱਚ ਲੁਕਾ ਕੇ ਕੁੱਜੇ ਵਿੱਚ ਪਾ ਕੇ ਅਗਨੀ, ਕੁਝ ਲੀਰਾਂ, ਗੰਧਕ ਤੇ ਕੱਖ ਲੈ ਕੇ ਪਹੁੰਚੇ। ਚਾਰ ਚੁਫੇਰੇ ਤਸੱਲੀ ਕਰਕੇ ਕਿ ਪਹਿਰੇਦਾਰ ਅਵੇਸਲੇ ਹਨ। ਸਰੋਵਰ ਵਿੱਚ ਠਿਲ ਪਏ ਮੁੱਦਾ ਘੜਾ ਇੱਕ ਛਾਤੀ ਹੇਠ ਦੇ ਲਿਆ ਔਰ ਬੇਮਾਲੂਮ ਪਹੁੰਚ ਪਏ। ਹਰ ਕੀ ਪੌੜੀ ਜਾ ਕੇ ਲੱਖ ਲੱਖ ਸ਼ੁਕਰ ਕੀਤਾ, ਅੱਗੇ ਵਧੇ। ਬੜੀ ਹਿਕਮਤ ਨਾਲ ਬੂਹਾ ਖੋਲ ਕੇ ਅੰਦਰ ਵੜੇ। ਪਹਿਰ ਰਾਤ ਲੰਘ ਚੁੱਕੀ ਸੀ, ਪਹਿਰੇ ਸੌਂ ਚੁੱਕੇ ਸਨ। ਭਾਈ ਹੋਰਾਂ ਨੇ ਬੜੇ ਪ੍ਰੇਮ ਨਾਲ ਝਾੜੂ ਦਿੱਤਾ, ਜਾਲੇ ਲਾਹੇ। ਫਿਰ ਆਪ ਨੇ ਘੜੇ ਭਰ ਭਰ ਕੇ ਅੰਦਰ ਇਸ਼ਨਾਨ ਕਰਵਾਇਆ। ਦੀਵਾ ਤਾਂ ਪਹਿਲਾਂ ਹੀ ਜਗਾ ਕੇ ਰੱਖ ਦਿੱਤਾ ਸੀ, ਹੁਣ ਆਪ ਨੇ ਇਸ਼ਨਾਨ ਕੀਤਾ ਔਰ ਇਕਲ ਵੰਝੇ ਬੈਠ ਕੇ ਆਸਾ ਦੀ ਵਾਰ ਦਾ ਪਾਠ ਕੀਤਾ। ਘੁਸਮੁਸਾ ਵੇਲਾ ਅਜੇ ਨਹੀਂ ਸੀ ਹੋਇਆ,
ਜੋ ਸਿੰਘ ਹੋਰਾਂ ਨੇ ਗੰਧਕ, ਘਿਓ, ਰੂੰ, ਝਾੜੂ, ਘੜਾ, ਸਾਫੇ ਆਦ ਲਟਾਪਟ ਸੰਭਾਲ ਕੇ ਰੱਖ ਦਿੱਤੇ ਤੇ ਦਰਵਾਜ਼ਾ ਭੀੜ ਕੇ ਜਿਸ ਰਸਤੇ ਆਏ ਸੇ ਉਸੇ ਰਸਤੇ ਚਲੇ ਗਏ। ਦੂਜੇ ਦਿਨ ਕੇਵਲ ਥੋੜੀ ਜੀ ਅੱਗ ਸੁਆਹ ਵਿੱਚ ਲੁਕਾ ਕੇ ਉਸੇ ਤਰ੍ਹਾਂ ਤਰ ਕੇ ਜਾ ਪਹੁੰਚੇ ਅਰ ਅੱਗ ਪੁਰ ਗੰਧਕ ਪਾ ਕੇ ਝਟ ਦੀਵਾ ਜਗਾ ਲਿਆ ਤੇ ਉਸੇ ਤਰ੍ਹਾਂ ਸੇਵਾ ਤੇ ਪਾਠ ਕਰਕੇ ਤੋਰ ਆਏ। ਇਹ ਅਤੁੱਟ ਜਾਨ ਹੂਲਮੀ ਸੇਵਾ, ਇਹ ਕੌਮੀ ਧਰਮ ਕੇਂਦਰ ਦਾ ਪਿਆਰ, ਇਹ ਸਿਦਕ, ਇਹ ਇਸ਼ਟ ਨਾਲ ਇਸ਼ਕ ਦਾ ਮੇਲ ਕਈ ਮਹੀਨੇ ਨਿਭਦਾ ਰਿਹਾ। ਇੱਕ ਦਿਨ ਕੋਈ ਹਾਕਮ ਮੰਦਰ ਨੂੰ ਵੇਖਣ ਵਾਸਤੇ ਆਇਆ। ਇਸ ਤਰ੍ਹਾਂ ਭਾਈ ਸਾਹਿਬ ਜੀ ਅੰਮ੍ਰਿਤ ਤੇ ਅਮਰ ਹੋਏ ਸੂਰੇ ਦੀ ਚੋਰੀ ਦਾ ਭੇਤ ਖੁੱਲ੍ਹ ਜਾਵਣ ਅਤੇ ਭਾਈ ਮਨਸ਼ਾ ਸਿੰਘ ਹੋਰਾਂ ਦੇ ਸਰੋਵਰ ਅੰਦਰ ਹੀ ਦੁਸ਼ਮਣ ਦੀ ਗੋਲੀ ਦਾ ਨਿਸ਼ਾਨਾ ਬਣ ਜਾਣ ਦੀ ਵੀਰ ਕਥਾ ਦਾ ਜੋਸ਼ ਉਪਜਾਊ ਅੰਤ ਕਰ ਦਿੰਦੇ ਹਨ। ਅਜਿਹੀ ਹੀ ਇੱਕ ਹੋਰ ਵੀਰ ਕਥਾ ਭਾਈ ਤਾਰਾ ਸਿੰਘ ਤੇ ਭਾਈ ਠਾਰਾ ਸਿੰਘ ਨਾਮਾਂ ਦੇ ਦੋ ਜੁਗਤੀ ਸਿੰਘ ਭਰਾਵਾਂ ਦੀ ਹੈ, ਜੋ ਭਾਈ ਮਨਸ਼ਾ ਸਿੰਘ ਵਾਂਗ ਹੀ ਜੁਗਤ ਲੜਾ ਕੇ ਭਾਰੀ ਪਹਿਰੇ ਹੇਠ ਕਈ ਮੁੱਦਤ ਦਰਬਾਰ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ। ਉਹਨਾਂ ਦੇ ਕਾਰਜ ਨੂੰ ਸਹਿਲ ਬਣਾਉਣ ਲਈ ਬਿਜਲਾ ਸਿੰਘ ਨਾਂ ਦੇ ਇੱਕ ਗਿਆਨਵਾਨ ਤੇ ਗੁਣੀ ਸਿੰਘ ਨੇ, ਜੋ ਸਾਂਗ ਰਚਣ ਵਿੱਚ ਕਾਫੀ ਹੁਨਰਮੰਦ ਸੀ, ਫਕੀਰ ਸਾਈਂ ਲੋਕ ਦਾ ਸਾਂਗ ਰਚ ਕੇ ਪਹਿਰਾਦਾਰਾਂ ਅੰਦਰ ਆਪਣੀ ਚੰਗੀ ਪੜਤ ਬਣਾ ਲਈ ਸੀ। ਇਹ ਸਾਈਂ ਲੋਕ ਹਰ ਰੋਜ਼ ਰਾਤ ਨੂੰ ਆਪਣੀ ਫਾਰਸੀ ਗਜ਼ਲਖਾਨੀ ਤੇ ਕਵਾਲੀਆਂ ਨਾਲ ਪਹਿਰੇਦਾਰਾਂ ਨੂੰ ਅਜਿਹਾ ਪਰਚਾਈ ਰੱਖਦਾ ਕਿ ਦੋਨੋਂ ਸਿੰਘ ਭਰਾ ਦਾਤ ਕਾ ਕੇ ਭਾਈ ਮਨਸ਼ਾ ਸਿੰਘ ਵਾਂਗ ਦਰਬਾਰ ਸਾਹਿਬ ਦੇ ਅੰਦਰ ਚਲੇ ਜਾਂਦੇ ਅਤੇ ਦੀਵਾ ਜਗਾਉਣ ਤੇ ਝਾੜੂ ਆਦਿ ਦੇਣ ਤੋਂ ਲੈ ਕੇ ਆਸਾ ਦੀ ਵਾਰ ਦਾ ਪਾਠ ਕਰਨ ਉਪਰੰਤ ਅਰਦਾਸਾ ਸੋਧ ਕੇ ਚੁੱਪਚਾਪ ਵਾਪਸ ਆਪਣੇ ਠਿਕਾਣੇ ਤੇ ਪਹੁੰਚ ਜਾਂਦੇ ਸਨ। ਪਰ ਆਖਰ ਨੂੰ ਭਾਈ ਮਨਸ਼ਾ ਸਿੰਘ ਵਾਂਗ ਸਿੰਘਾਂ ਦੇ ਇਸ ਚੋਰੀ ਦਾਉ ਦਾ ਭੇਦ ਵੀ ਖੁੱਲ੍ਹ ਗਿਆ ਅਤੇ ਭਾਈ ਤਾਰਾ ਸਿੰਘ ਦੀ ਪਿਆਰੀ ਜਾਨ ਵੀ ਭਾਈ ਮਨਸ਼ਾ ਸਿੰਘ ਵਾਂਗ ਹੀ ਦਰਬਾਰ ਸਾਹਿਬ ਦੇ ਪਵਿੱਤਰ ਪੌੜਾਂ ਤੇ ਗੋਲੀ ਦਾ ਨਿਸ਼ਾਨਾ ਬਣ ਗਏ। ਉਹਨਾਂ ਜੋਖਮ ਭਰੇ ਸਮਿਆਂ ਵਿੱਚ ਸਿੰਘਾਂ ਦੇ ਮਨਾਂ ਅੰਦਰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਲਈ ਕੁਰਬਾਨੀ ਦਾ ਚਾਉ ਤੇ ਜਜ਼ਬਾ ਇੰਨਾ ਪ੍ਰਬਲ ਸੀ ਕਿ ਭਾਈ ਵੀਰ ਸਿੰਘ ਜੀ ਦੇ ਸ਼ਬਦਾਂ ਵਿੱਚ, ਜੇ ਇੱਕ ਜਾਨ ਰੋਜ਼ ਦੇ ਕੇ ਵੀ ਸੇਵਾ ਨਾ ਛੁੱਟੇ ਤਦ ਵੀ ਖਾਲਸਾ ਜੀ ਤਿਆਰ ਸੀ। ਇਸ ਤਰ੍ਹਾਂ ਜਦ ਖਾਲਸਾ ਦੁਸ਼ਮਣ ਨਾਲ ਬੇਮੇਚੀ ਟੱਕਰ ਵਿੱਚ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਲਈ ਸਿੱਧੇ ਮੱਥੇ ਦੀ ਲੜਾਈ ਲੜਨ ਦੀ ਹਾਲਤ ਵਿੱਚ ਨਹੀਂ ਸੀ ਹੁੰਦਾ, ਤਾਂ ਉਹ ਚੋਰੀ ਛੁਪੇ ਦਾਅ ਤਕਾ ਕੇ ਅਤੇ ਆਪਣੀ ਜਾਨ ਨੂੰ ਦਾਅ ਤੇ ਲਾ ਕੇ ਆਪਣਾ ਧਰਮ ਪਾਲਣ ਤੋਂ ਨਾ ਖੁੰਝਦਾ। ਪਰ ਜਿਉਂ ਹੀ ਉਹ ਦੁਸ਼ਮਣ ਨਾਲ ਸਿੱਧੀ ਟੱਕਰ ਲੈਣ ਦੀ ਪੋਜੀਸ਼ਨ ਵਿੱਚ ਹੋ ਜਾਂਦਾ ਸੀ, ਤਾਂ ਉਹ ਤੇਗਾਂ ਸੂਤ ਕੇ ਅੰਮ੍ਰਿਤਸਰ ਦੀਆਂ ਜੂਹਾਂ ਅੰਦਰ ਆ ਪ੍ਰਗਟ ਹੁੰਦਾ ਸੀ ਅਤੇ ਆਪਣੇ ਇਸ਼ਟ ਦੀ ਸ਼ਾਨ ਤੇ ਮਾਣ ਮਰਜ਼ਾਦਾ ਦੀ ਰਾਖੀ ਲਈ ਅਜਿਹੇ ਪ੍ਰਚੰਡ ਜੋਸ਼ ਨਾਲ ਲੜਦਾ ਸੀ ਕਿ ਦੁਸ਼ਮਣ ਉੱਤੇ ਖਾਲਸੇ ਅੰਦਰ ਕਿਸੇ ਦੈਵੀ ਤਾਕਤ ਦੇ ਪ੍ਰਗਟ ਹੋ ਜਾਣ ਦਾ ਖਿਆਲ ਤੇ ਭੈ ਹਾਵੀ ਹੋ ਜਾਂਦਾ ਸੀ। ਸਿੰਘਾਂ ਦੀ ਇਸ ਜੰਗਜੂ ਸਪਿਰਟ, ਜੋਸ਼ ਤੇ ਦੀਦਾ ਦਲੇਰੀ ਨੂੰ ਵੇਖ ਕੇ ਮੁਗਲ ਹਾਕਮਾਂ ਤੇ ਦੁਰਾਨੀਆਂ ਦੇ ਮਨਾਂ ਅੰਦਰ ਇੱਕ ਪੱਕਾ ਵਿਚਾਰ ਘਰ ਕਰ ਗਿਆ ਸੀ ਕਿ ਦਰਬਾਰ ਸਾਹਿਬ ਦਾ ਅੰਮ੍ਰਿਤ ਪੀ ਕੇ ਸਿੱਖ ਬਲੀ ਹੋ ਜਾਂਦੇ ਹਨ। ਇਸ ਚਸ਼ਮੇ ਵਿੱਚ ਜ਼ਰੂਰ ਕੋਈ ਗੈਬੀ ਤਾਕਤ ਹੈ। ਇਸ ਕਰਕੇ ਉਹਨਾਂ ਦੇ ਮਨ ਅੰਦਰ ਇਸ ਸੋਮੇ ਨੂੰ ਹੀ ਨਸ਼ਟ ਕਰ ਦੇਣ ਦਾ ਦੁਸ਼ ਵਿਚਾਰ ਪੈਦਾ ਹੋ ਗਿਆ ਸੀ। ਸਿੱਟੇ ਵਜੋਂ ਉਹਨਾਂ 24 ਸਾਲਾਂ ਦੇ ਥੋੜੇ ਜਿਹੇ ਹੀ ਵਕਬੇ ਅੰਦਰ ਇਸ ਸੋਮੇ ਨੂੰ ਘੱਟੋ ਘੱਟ 5 ਵਾਰ ਬੰਦ ਕਰਨ ਦੀ ਬਦਹਵਾਸ ਕੋਸ਼ਿਸ਼ ਕੀਤੀ। 2 ਵਾਰ ਤਾਂ ਦਰਬਾਰ ਸਾਹਿਬ ਨੂੰ ਪੂਰੀ ਤਰ੍ਹਾਂ ਹੀ ਢਹਿ ਢੇਰੀ ਕਰ ਦਿੱਤਾ ਗਿਆ ਸੀ। ਪਰ ਸਿੱਖਾਂ ਦਾ ਦਰਬਾਰ ਸਾਹਿਬ ਨਾਲ ਪਿਆਰ ਇੰਨਾ ਡਾਢਾ ਤੇ ਰਿਸ਼ਤਾ ਇੰਨਾ ਬੇਨਜ਼ੀਰ ਸੀ ਕਿ ਉਹ ਕਿਸੇ ਵੀ ਜਗ੍ਹਾ ਅਤੇ ਕਿਸੇ ਵੀ ਅਵਸਥਾ ਵਿੱਚ ਹੁੰਦੇ ਦੁਸ਼ਮਣ ਹੱਥੋਂ ਦਰਬਾਰ ਸਾਹਿਬ ਦੀ ਬੇਹੁਰਮਤੀ ਦੀ ਖਬਰ ਉਹਨਾਂ ਨੂੰ ਤੜਫਾ ਕੇ ਰੱਖ ਦਿੰਦੀ ਸੀ ਅਤੇ ਉਹਨਾਂ ਦੇ ਰੋਹ ਨੂੰ ਢੱਕ ਸਕਣਾ ਕਿਸੇ ਵੀ ਦੁਸ਼ਮਣ, ਉਹ ਕਿੰਨਾ ਵੀ ਡਾਢਾ ਕਿਉਂ ਨਾ ਹੋਵੇ, ਦੇ ਵੱਸ ਦੀ ਗੱਲ ਨਹੀਂ ਸੀ ਰਹਿੰਦੀ। ਜਿਵੇਂ ਅੱਖਾਂ ਤੋਂ ਦੂਰ ਬੈਠੇ ਬੱਚੇ ਨਾਲ ਵਾਪਰੀ ਕਿਸੇ ਮੰਦ ਹੋਣੀ ਦੀ ਮਨਹੂਸ ਖਬਰ ਸੁਣਦਿਆਂ ਹੀ ਮਾਂ ਦਾ ਦਿਲ ਆਪਣੀ ਜਿਗਰ ਦੇ ਟੋਟੇ ਦੀ ਸੂਰਤ ਤੇ ਦਸ਼ਾ ਦੇਖਣ ਲਈ ਬੇਬਲ ਹੋ ਉੱਠਦਾ ਹੈ, ਤੇਵੇਂ ਹੀ ਸਿੱਖਾਂ ਅੰਦਰ ਆਪਣੇ ਨੁਕਸਾਨੇ ਹੋਏ ਇਸ਼ਟ ਦੇ ਦਰਸ਼ਨਾਂ ਦੀ ਚਾਹ ਉਹਨਾਂ ਨੂੰ ਅੰਮ੍ਰਿਤਸਰ ਪਹੁੰਚਣ ਦੀ ਦੂਣੀ ਖਿੱਚ ਪਾਉਣ ਲੱਗਦੀ ਸੀ। ਪਹਿਲਾ ਮੌਕਾ ਮਿਲਦਿਆਂ ਹੀ ਉਹ ਦਰਬਾਰ ਸਾਹਿਬ
ਅਤੇ ਸਰੋਵਰ ਦੀ ਸੇਵਾ ਸੰਭਾਲ ਦੇ ਕਾਰਜ ਵਿੱਚ ਜੁਟ ਜਾਇਆ ਕਰਦੇ ਸਨ। ਕਈ ਵਾਰ ਦੁਸ਼ਮਣ ਦੇ ਨਵੇਂ ਹਮਲੇ ਸਦਕਾ ਉਹਨਾਂ ਨੂੰ ਇਹ ਕਾਰਜ ਅੱਧ ਵਾਟੇ ਹੀ ਡੱਕਣਾ ਪੈ ਜਾਂਦਾ ਰਿਹਾ, ਪਰ ਮੌਕਾ ਮਿਲਣ ਤੇ ਉਹ ਫਿਰ ਇਸ ਕਾਰਜ ਵਿੱਚ ਜੁਟ ਜਾਂਦੇ ਰਹੇ। 1740 ਈਸਵੀ ਜਦ ਜ਼ਕਰੀਆ ਖਾਨ ਨੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਪਹਿਲਾ ਸਾਕਾ ਵਰਤਾਇਆ ਤੋਂ ਲੈ ਕੇ 1765 ਈਸਵੀ ਤੱਕ, ਜਦੋਂ ਤੱਕ ਸਿੱਖ ਪੰਜਾਬ ਅੰਦਰ ਆਪਣਾ ਦਬਦਬਾ ਕਾਇਮ ਕਰਨ ਅਤੇ ਇਸ ਤਰ੍ਹਾਂ ਦਰਬਾਰ ਸਾਹਿਬ ਨੂੰ ਬਾਹਰੀ ਖਤਰਿਆਂ ਤੋਂ ਮਹਿਫੂਜ਼ ਬਣਾਉਣ ਵਿੱਚ ਸਫਲ ਨਹੀਂ ਸੀ ਹੋ ਗਏ, ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਸਿੱਖ ਸਰਗਰਮੀਆਂ ਤੇ ਸਰੋਕਾਰਾਂ ਦਾ ਕੇਂਦਰ ਬਿੰਦੂ ਬਣੀ ਰਹੀ। ਇਹਨਾਂ 25 ਵਰ੍ਹਿਆਂ ਦੇ ਦੌਰਾਨ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਦੀਆਂ ਜੂਹਾਂ ਅੰਦਰ ਸਿੰਘਾਂ ਦਾ ਬੇਪਨਾਹ ਖੂਨ ਡੁੱਲਿਆ। ਗੁਰੂ ਪਿਆਰ ਵਿੱਚ ਰੰਗੇ ਸਿੰਘਾਂ ਨੇ ਕੁਰਬਾਨੀ, ਹੌਸਲੇ ਤੇ ਸੂਰਮਗਤੀ ਦੇ ਬਹੁਤ ਸਾਰੇ ਲਾਸਾਨੀ ਕਾਂਡ ਰਚੇ। ਜਦ ਜ਼ਕਰੀਆ ਖਾਨ ਗਵਰਨਰ ਲਾਹੌਰ 1726 ਤੋਂ 1745 ਈਸਵੀ ਨੇ ਸਿੱਖਾਂ ਦੀ ਇਨਕਲਾਬੀ ਸਪਿਰਟ ਨੂੰ ਭਸਮ ਕਰ ਦੇਣ ਦੇ ਇਰਾਦੇ ਨਾਲ ਉਹਨਾਂ ਦੀ ਭਗਤੀ ਤੇ ਸ਼ਕਤੀ ਦੇ ਕੇਂਦਰ ਨੂੰ ਫੌਜੀ ਕਬਜ਼ੇ ਹੇਠ ਲੈ ਕੇ ਸਰੋਵਰ ਨੂੰ ਮਿੱਟੀ ਕੱਟਣ ਅਤੇ ਫਿਰ ਮੰਡਿਆਲੀ ਦੇ ਇੱਕ ਬਦਮਾਸ਼ ਰੰਗੜ ਚੌਧਰੀ ਮੁਸਲਹੁੱਲ-ਦੀਨ, ਜੋ ਇਤਿਹਾਸ ਅੰਦਰ ਮੱਸਾ ਰੰਗੜ ਦੇ ਨਾਮ ਹੇਠ ਬਦਨਾਮ ਹੋਇਆ, ਦੀਆਂ ਲਗਾਮਾਂ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਲਈ ਖੁੱਲੀਆਂ ਛੱਡ ਦਿੱਤੀਆਂ, ਤਾਂ ਦੋ ਅਣਖੀ ਸਿੰਘਾਂ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਦੂਰ ਬੀਕਾਨੇਰ ਦੀ ਧਰਤੀ ਤੋਂ ਚੱਲ ਕੇ ਸੈਂਕੜੇ ਮੀਲਾਂ ਦਾ ਖਤਰਿਆਂ ਭਰਿਆ ਪੈਂਡਾ ਗਾਹ ਕੇ ਅਤੇ ਦਰਬਾਰ ਸਾਹਿਬ ਦੇ ਚਾਰੋਂ ਤਰਫ ਖੜਾਂ ਚੋਂ ਦੀ ਲੰਘ ਕੇ ਤਲਵਾਰ ਦੇ ਇੱਕੋ ਵਾਰ ਨਾਲ ਮੱਸੇ ਰੰਗੜ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਅਤੇ ਫਿਰ ਆਪਣੇ ਜਥੇਦਾਰ ਦੀ ਇੱਛਾ ਦਾ ਪਾਲਣਾ ਕਰਦੇ ਹੋਏ ਉਨਾ ਹੀ ਪੈਂਡਾ ਵਾਪਸ ਤੈਅ ਕਰਕੇ ਰੰਗੜ ਦਾ ਇਹ ਸਿਰ ਜਥੇਦਾਰ ਭਾਈ ਬੁੱਢਾ ਸਿੰਘ ਜੀ ਦੇ ਚਰਨਾਂ ਅੱਗੇ ਲਿਆ ਰੱਖਿਆ ਸੀ। ਖਾਲਸਾ ਪੰਥ ਨੂੰ ਆਪਣੀ ਸ਼ਕਤੀ ਦੇ ਸੋਮੇ ਤੋਂ ਮਹਿਰੂਮ ਕਰ ਦੇਣ ਦੇ ਜ਼ਕਰੀਆ ਖਾਨ ਦੇ ਮਨਸੂਬੇ ਉਸ ਵਕਤ ਉਸ ਦੇ ਨਾਲ ਹੀ ਕਬਰ ਵਿੱਚ ਦਫਨ ਹੋ ਗਏ ਸਨ, ਜਦ ਜੁਲਾਈ 1745 ਵਿੱਚ ਇੱਕ ਨਾਮੁਰਾਦ ਬਿਮਾਰੀ ਨਾਲ ਉਸ ਦਾ ਬੁਰੇ ਪਰ ਉਧਰ ਖਾਲਸੇ ਨੇ ਉਸ ਸਾਲ ਦਰਬਾਰ ਸਾਹਿਬ ਵਿਖੇ ਦੂਣੇ ਜੋਸ਼ ਨਾਲ ਦੀਵਾਲੀ ਮਨਾਈ ਸੀ। ਅਕਾਲ ਤਖਤ ਸਾਹਿਬ ਅੱਗੇ ਜੁੜੇ ਭਾਰੀ ਦੀਵਾਨ ਅੰਦਰ ਸਿੱਖ ਸੰਘਰਸ਼ ਨੂੰ ਵੱਧ ਸੁਚੱਜੇ ਤੇ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ 100 ਜੁਝਾਰੂ ਸਿੰਘਾਂ ਦੇ ਪੰਜੀ ਦਲ ਕਾਇਮ ਕਰਨ ਦਾ ਅਹਿਮ ਗੁਰਮਤਾ ਪਾਸ ਕੀਤਾ ਗਿਆ ਸੀ। 2.5 ਸਾਲਾਂ ਬਾਅਦ 29 ਮਾਰਚ 1748 ਨੂੰ ਇਸੇ ਹੀ ਜਗ੍ਹਾ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਖਾਲਸੇ ਦੇ ਸਰਬ ਸਾਂਝੇ ਜਰਨੈਲ ਵਜੋਂ ਪ੍ਰਵਾਨ ਕਰ ਲੈਣ ਦਾ ਮਤਾ ਪ੍ਰਵਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਲਾਹੌਰ ਦੇ ਤਤਕਾਲੀ ਗਵਰਨਰ ਯਹੀਆ ਖਾਨ 1745 ਤੋਂ 1747 ਈਸਵੀ ਦੇ ਹਿੰਦੂ ਦੀਵਾਨ ਲਖਪਤ ਰਾਏ ਦੇ ਸਿਰ ਉੱਤੇ ਸਿੱਖ ਪੰਥ ਦੀ ਹਸਤੀ ਮਿਟਾਉਣ ਦਾ ਭੂਤ ਸਵਾਰ ਹੋਇਆ। ਜ਼ਕਰੀਆ ਖਾਨ ਵਾਂਗ ਹੀ ਲਖਪਤ ਰਾਏ ਨੇ ਵੀ ਸਿੱਖਾਂ ਨੂੰ ਅੰਮ੍ਰਿਤ ਦੀ ਸ਼ਕਤੀ ਤੋਂ ਵਾਂਝਿਆ ਕਰਕੇ ਉਹਨਾਂ ਦਾ ਖੁਰਾ ਖੋਜ ਖਤਮ ਕਰ ਦੇਣ ਦੀ ਨੀਤ ਨਾਲ ਸਿੱਖ ਪੰਥ ਵਿਰੁੱਧ ਆਪਣੀ ਵਹਿਸ਼ੀ ਮੁਹਿੰਮ ਦਾ ਆਗਾਜ਼ ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਪੂਰ ਦੇਣ ਨਾਲ ਕੀਤਾ। ਇਹ ਬੇਅਦਬ ਕਾਰਾ ਕਰਨ ਉਪਰੰਤ ਉਸਨੇ ਜੁਝਾਰੂ ਖਾਲਸੇ ਉੱਤੇ ਜ਼ੁਲਮਾਂ ਦੀ ਦੰਦੀ ਧਰ ਲਈ। 1746 ਈਸਵੀ ਦਾ ਸਾਰਾ ਜੂਨ ਮਹੀਨਾ ਜੇਠ-ਹਾੜ ਖਾਲਸੇ ਦੇ ਸਿਰਾਂ ਉੱਤੇ ਜ਼ੁਲਮਾਂ ਦੀ ਅੱਗ ਵਰਦੀ ਰਹੀ। ਇਤਿਹਾਸ ਅੰਦਰ ਛੋਟਾ ਘੱਲੂ ਘਾਰਾ ਕਰਕੇ ਜਾਣੇ ਜਾਂਦੇ ਇਸ ਕਤਲੇਆਮ ਵਿੱਚ ਲਖਪਤ ਰਾਏ ਨੇ ਕੋਈ 10,000 ਦੇ ਕਰੀਬ ਸਿੰਘ ਕਤਲ ਕਰ ਦਿੱਤੇ ਸਨ, ਪਰ ਖਾਲਸਾ ਹਮੇਸ਼ਾ ਵਾਂਗ 1747 ਦੀ ਵਿਸਾਖੀ 30 ਮਾਰਚ ਤੇ ਫਿਰ ਜੈਕਾਰੇ ਗੁਜਾਉਂਦਾ ਦਰਬਾਰ ਸਾਹਿਬ ਵਿਖੇ ਆਣ ਇਕੱਤਰ ਹੋਇਆ ਸੀ। ਜੋਸ਼ ਵਿੱਚ ਆਏ ਖਾਲਸੇ ਨੇ ਲਖਪਤ ਰਾਏ ਦੁਆਰਾ ਬੇਅਦਬ ਕੀਤੇ ਗਏ ਸਰੋਵਰ ਦੀ ਹੱਥੋਂ ਹੱਥ ਹੀ ਸਫਾਈ ਕਰ ਮਾਰੀ ਸੀ। ਇਸ ਦੇ ਨਾਲ ਹੀ ਲਖ ਦੇ ਹੱਥ ਭਵਿੱਖ ਵਿੱਚ ਦਰਬਾਰ ਸਾਹਿਬ ਦੀ ਦੁਸ਼ਮਣ ਕੋਲੋਂ ਵੱਧ ਅਸਰਦਾਰ ਢੰਗ ਨਾਲ ਰਾਖੀ ਕਰਨ ਲਈ ਇਸ ਦੇ ਦੱਖਣ ਵੱਲ ਕੋਈ 1 ਮੀਲ ਦੀ ਵਿੱਥ ਤੇ ਆਰਾਮਸਰ ਵਿਖੇ ਕੱਚਾ ਕਿਲਾ ਉਸਾਰਨ ਦਾ ਕਾਰਜ ਵੀ ਆਰੰਭ ਦਿੱਤਾ ਸੀ। ਪਰੰਤੂ ਅਗਲੇ ਸਾਲ ਸਿੱਖਾਂ ਨੂੰ ਦਰਬਾਰ ਸਾਹਿਬ ਵਿਖੇ ਦੀਵਾਲੀ ਸੁੱਖਾਂ ਨਾਲ ਮਨਾਉਣੀ ਨਸੀਬ ਨਾ ਹੋਈ। 1748 ਈਸਵੀ ਦੇ ਸ਼ੁਰੂ ਵਿੱਚ ਹੀ ਲਾਹੌਰ ਦਰਬਾਰ ਅੰਦਰ ਪੈਦਾ ਹੋਏ ਅੰਦਰੂਨੀ ਕਲੇਸ਼ਾਂ ਤੋਂ ਛੁਟਕਾਰਾ ਪਾਉਣ ਦੇ ਮੰਤਵ ਨਾਲ
ਦਿੱਲੀ ਦੀ ਮੁਗਲ ਹਕੂਮਤ ਨੇ ਦਿੱਲੀ ਤੋਂ ਇੱਕ ਵਜ਼ੀਰ ਦੇ ਪੁੱਤਰ ਮੋਇਨ ਉਲ ਮੁਲਕ, ਜੋ ਬਾਅਦ 'ਚ ਜਾ ਕੇ ਮੀਰ ਮੰਨੂ ਦੇ ਨਾਮ ਹੇਠ ਪ੍ਰਸਿੱਧ ਹੋਇਆ, ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ। ਮੀਰ ਮੰਨੂ ਨੇ ਪੰਜਾਬ ਅੰਦਰੋਂ ਸਿੱਖਾਂ ਦਾ ਬੀਜ ਨਾਸ ਕਰ ਦੇਣ ਦਾ ਦ੍ਰਿੜ ਸੰਕਲਪ ਕਰ ਲਿਆ। ਇਸ ਮੰਤਵ ਲਈ ਉਹ ਸਿੱਖਾਂ ਨੂੰ ਦਰਬਾਰ ਸਾਹਿਬ ਵਿਖੇ ਦੀਵਾਲੀ ਮਨਾਉਣ ਤੋਂ ਰੋਕਣ ਦੇ ਕਾਰਜ ਨੂੰ ਆਪਣਾ ਮੁੱਖ ਏਜੰਡਾ ਬਣਾ ਕੇ ਚੱਲਿਆ। ਅਕਤੂਬਰ 1748 ਵਿੱਚ ਮੰਨੂ ਨੇ ਵੱਡੀ ਫੌਜ ਲੈ ਕੇ ਅੰਮ੍ਰਿਤਸਰ ਉੱਤੇ ਚੜ੍ਹਾਈ ਕਰ ਦਿੱਤੀ। ਸਿੰਘਾਂ ਨੇ ਰਾਮ ਰੌਣੀ ਦੇ ਕੱਚੇ ਕਿਲ੍ਹੇ ਅੰਦਰ ਮੋਰਚਾਬੰਦੀਆਂ ਕਰ ਲਈਆਂ ਅਤੇ ਮੁਗਲ ਫੌਜ ਦਾ ਬਹਾਦਰੀ ਨਾਲ ਟਾਕਰਾ ਸ਼ੁਰੂ ਕਰ ਦਿੱਤਾ। ਕੱਚੇ ਤੇ ਛੋਟੇ ਜਿਹੇ ਕਿਲ੍ਹੇ ਅੰਦਰ ਮੌਜੂਦ ਸਿਰਫ 500 ਸਿੰਘਾਂ ਨੇ ਸ਼ਕਤੀਸ਼ਾਲੀ ਮੁਗਲ ਫੌਜ ਨੂੰ 3 ਮਹੀਨੇ ਤੱਕ ਕਿਲ੍ਹਾ ਫਤਿਹ ਕਰਨ ਤੋਂ ਰੋਕੀ ਰੱਖਿਆ ਸੀ। ਇੰਨੇ ਚਿਰ ਨੂੰ ਦੇਵਨੇਤ ਨਾਲ ਅਹਿਮਦ ਸ਼ਾਹ ਅਬਦਾਲੀ ਦੂਜੀ ਵਾਰ ਭਾਰਤ ਉੱਤੇ ਚੜ੍ਹ ਆਇਆ, ਜਿਸ ਨਾਲ ਮੀਰ ਮੰਨੂ ਨੂੰ ਸਿੱਖਾਂ ਪ੍ਰਤੀ ਹਮਦਰਦੀ ਭਾਵ ਰੱਖਣ ਵਾਲੇ ਦੀਵਾਨ ਕੌੜਾ ਮੱਲ ਦਾ ਸਿੰਘਾਂ ਵੱਲੋਂ ਹਟ ਕੇ ਅਫਗਾਨੀਆਂ ਨਾਲ ਟੱਕਰ ਲੈਣ ਦਾ ਸੁਝਾਅ ਕਬੂਲ ਕਰਨਾ ਪੈ ਗਿਆ। ਇਸ ਤਰ੍ਹਾਂ ਸਿੰਘਾਂ ਉੱਤੇ ਪਈ ਇਹ ਬਿਪਤਾ ਵਕਤੀ ਤੌਰ ਤੇ ਟਲ ਗਈ। ਲੜਾਈ ਵੱਲੋਂ ਰਤਾ ਸਾਹ ਮਿਲਦਿਆਂ ਹੀ ਸਿੰਘ ਸਰੋਵਰ ਦੀ ਕਾਰ ਸੇਵਾ ਦੇ ਅਧੂਰੇ ਰਹਿ ਗਏ ਕਾਰਜ ਨੂੰ ਨੇਪਰੇ ਚਾੜਨ ਦੇ ਅਮਲ ਵਿੱਚ ਜੁਟ ਗਏ। ਸਿੱਖ ਸੰਗਤਾਂ ਨੇ ਦੂਰੋਂ ਦੂਰੋਂ ਚੱਲ ਕੇ ਅਥਾਹ ਪਿਆਰ ਤੇ ਸ਼ਰਧਾ ਨਾਲ ਇਸ ਕਾਰ ਸੇਵਾ ਵਿੱਚ ਹਿੱਸਾ ਲਿਆ। ਮੀਰ ਮੰਨੂ ਦੇ ਹਮਲੇ ਕਾਰਨ ਸਿੱਖ 1748 ਈਸਵੀ ਦੀ ਦੀਵਾਲੀ ਮਨਾਉਣ ਤੋਂ ਤਾਂ ਵਾਂਝੇ ਰਹਿ ਗਏ ਸਨ, ਪਰ 1749 ਈਸਵੀ ਦੀ ਦੀਵਾਲੀ ਉਹਨਾਂ ਪੂਰੇ ਉਤਸ਼ਾਹ ਤੇ ਚਾਵਾਂ ਨਾਲ ਮਨਾਈ ਅਤੇ ਅਕਾਲ ਤਖਤ ਸਾਹਿਬ ਦੇ ਸਨਮੁਖ ਜੁੜੇ ਭਰਵੇਂ ਇਕੱਠ ਵਿੱਚ ਸਿੱਖ ਸੰਘਰਸ਼ ਨਾਲ ਜੁੜੇ ਮਸਲਿਆਂ ਤੇ ਭਰਪੂਰ ਵਿਚਾਰਾਂ ਹੋਈਆਂ। ਇਸ ਤੋਂ ਬਾਅਦ ਜਦ ਪੰਜਾਬ ਅੰਦਰ ਮੁਗਲ ਸੱਤਾ ਅਫਗਾਨੀ ਧਾੜਵੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਾ ਰਹੀ, ਤਾਂ ਇਸ ਖਿੱਤੇ ਅੰਦਰ ਖਾਲਸਾ ਅਫਗਾਨੀ ਹਮਲਾਵਰਾਂ ਨੂੰ ਚੁਣੌਤੀ ਦੇਣ ਵਾਲੀ ਮੁੱਖ ਸ਼ਕਤੀ ਬਣ ਕੇ ਉੱਭਰ ਆਇਆ ਸੀ। ਮੁਗਲ ਹਾਕਮਾਂ ਵਾਂਗ ਹੀ ਦੁਰਾਨੀਆਂ ਨੇ ਵੀ ਸਿੱਖ ਚੁਣੌਤੀ ਤੋਂ ਪੱਕਾ ਛੁਟਕਾਰਾ ਹਾਸਲ ਕਰ ਲੈਣ ਦੇ ਇਰਾਦੇ ਨਾਲ ਖਾਲਸਾ ਪੰਥ ਨੂੰ ਉਸ ਦੀ ਸ਼ਕਤੀ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਨਾਲੋਂ ਵਿਛੋੜਨ ਦੀ ਰਣਨੀਤੀ ਧਾਰਨ ਕੀਤੀ। 7 ਸਾਲਾਂ 1757 ਤੋਂ 64 ਦੇ ਥੋੜੇ ਜਿਹੇ ਅਰਸੇ ਅੰਦਰ ਉਹਨਾਂ ਦਰਬਾਰ ਸਾਹਿਬ ਉੱਤੇ 3 ਕਹਿਰ ਭਰੇ ਹਮਲੇ 1757, 1762 ਤੇ 1764 ਕੀਤੇ। ਅਹਿਮਦ ਸ਼ਾਹ ਅਬਦਾਲੀ ਦਾ ਸ੍ਰੀ ਦਰਬਾਰ ਸਾਹਿਬ ਉੱਤੇ ਪਹਿਲਾ ਕਹਿਰ ਉਸ ਵੇਲੇ ਨਾਜ਼ਲ ਹੋਇਆ ਜਦ 1757 ਵਿੱਚ ਦਿੱਲੀ, ਮਥੁਰਾ ਤੇ ਬ੍ਰਿੰਦਾਬਨ ਤੋਂ ਲੁੱਟ ਦਾ ਮਣਾ ਮੂੰਹੀ ਮਾਲ ਲੈ ਕੇ ਮੁੜ ਰਹੇ ਉਸ ਦੇ ਫੌਜੀ ਲਸ਼ਕਰ ਉੱਤੇ ਮਾਲਵੇ ਦੇ ਸਿੰਘਾਂ ਨੇ ਸਰਹੰਦ ਦੇ ਨਜ਼ਦੀਕ ਹੱਲਾ ਬੋਲ ਕੇ ਅਫਗਾਨੀਆਂ ਕੋਲੋਂ ਲੁੱਟ ਦਾ ਕਾਫੀ ਮਾਲ ਖੋਹ ਲਿਆ ਸੀ। ਕ੍ਰੋਧ ਵਿੱਚ ਆਏ ਅਹਿਮਦ ਸ਼ਾਹ ਨੇ ਆਪਣੇ ਵਾਪਸੀ ਸਫ਼ਰ ਦੌਰਾਨ ਲਾਹੌਰ ਤੋਂ ਇੱਕ ਵਿਸ਼ੇਸ਼ ਫੌਜੀ ਦਲ ਅੰਮ੍ਰਿਤਸਰ ਉੱਤੇ ਹਮਲਾ ਕਰਨ ਲਈ ਭੇਜਿਆ, ਜਿਸ ਨੇ ਸ਼ਹਿਰ ਅੰਦਰ ਲੁੱਟਮਾਰ ਕਰਨ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਇਸ ਦੀ ਘੋਰ ਬੇਅਦਬੀ ਕੀਤੀ। ਉਧਰ ਅਹਿਮਦ ਸ਼ਾਹ ਦੇ ਸ਼ਹਿਜ਼ਾਦੇ ਤੈਮੂਰ ਸ਼ਾਹ ਨੇ ਸਰਹੰਦ ਵਿਖੇ ਹੋਏ ਅਪਮਾਨ ਦਾ ਬਦਲਾ ਲੈਣ ਲਈ ਸਿੱਖਾਂ ਦੇ ਇੱਕ ਹੋਰ ਧਾਰਮਿਕ ਨਗਰ ਕਰਤਾਰਪੁਰ ਜਲੰਧਰ ਉੱਤੇ ਧਾਵਾ ਬੋਲ ਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਦਿੱਤੀ, ਜਿਸ ਨਾਲ ਇਤਿਹਾਸਕ ਸਤੰਭ, ਜਿਸ ਨੂੰ ਥੰਮ ਸਾਹਿਬ ਕਿਹਾ ਜਾਂਦਾ ਸੀ, ਸੜ ਕੇ ਰਾਖ ਹੋ ਗਿਆ ਸੀ। ਦਰਬਾਰ ਸਾਹਿਬ ਦੀ ਬੇਅਦਬੀ ਦੀਆਂ ਖਬਰਾਂ ਜਦ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਕੋਲ ਪੁੱਜੀਆਂ ਤਾਂ ਬਜ਼ੁਰਗ ਵਿਦਵਾਨ ਦਾ ਖੂਨ ਖੌਲ ਉੱਠਿਆ। ਉਹਨਾਂ ਨੇ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਕਰਨ ਲਈ ਤੁਰੰਤ ਹੀ ਸ੍ਰੀ ਅੰਮ੍ਰਿਤਸਰ ਜਾਣ ਦਾ ਫੈਸਲਾ ਕਰ ਲਿਆ। ਉਸ ਵੇਲੇ ਆਪਣੀ ਥੋੜਵੀਂ ਤਾਕਤ ਹੋਣ ਕਰਕੇ ਸਿੰਘ ਆਮ ਤੌਰ ਤੇ ਲੜਾਈ ਦਾ ਛਾਪਾਮਾਰ ਢੰਗ ਅਮਲ ਵਿੱਚ ਲਿਆਉਂਦੇ ਰਹੇ ਸਨ। ਉਹ ਦੁਸ਼ਮਣ ਦੇ ਖਿਲਾਫ ਪੇੜ ਮਲਵੀ ਜੰਗ ਲੜਨ ਤੋਂ ਵਾਹ ਲੱਗਦੀ ਗੁਰੇਜ਼ ਕਰਦੇ ਸਨ। ਉਹ ਦੁਸ਼ਮਣ ਉੱਤੇ ਛਿਪ ਕੇ ਫੁਰਤੀ ਨਾਲ ਹੱਲਾ ਬੋਲਦੇ ਸਨ ਅਤੇ ਫਿਰ ਉਸੇ ਹੀ ਫੁਰਤੀ ਨਾਲ ਅਲੋਪ ਹੋ ਜਾਂਦੇ ਸਨ। ਲੜਾਈ ਦੀ ਇਸ ਕਲਾ ਵਿੱਚ ਉਹਨਾਂ ਅਜਿਹੀ ਪ੍ਰਬੀਨਤਾ ਹਾਸਲ ਕਰ ਲਈ ਹੋਈ ਸੀ ਕਿ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਵਰਗੇ ਮੰਨੇ ਪਰਮੰਨੇ ਅਫਗਾਨੀ ਧਾੜਵੀ ਸਿੰਘਾਂ ਤੋਂ ਕੰਨ ਭੰਨਣ ਲੱਗ ਪਏ ਸਨ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਨੇ ਤਾਂ ਖਾਸ ਕਰਕੇ ਹੀ ਅਫਗਾਨਾਂ ਦੇ ਦਿਲਾਂ ਅੰਦਰ ਭਾਰੀ ਦਹਿਲ ਬਿਠਾ ਦਿੱਤਾ ਸੀ।
ਅਹਿਮਦ ਸ਼ਾਹ ਅਬਦਾਲੀ ਦੇ ਪਲੇਠੇ ਹਮਲੇ 1748 ਤੋਂ ਲੈ ਕੇ ਆਖਰੀ 8ਵੇਂ ਹਮਲੇ 1766-67 ਤੱਕ ਸਰਦਾਰ ਚੜ੍ਹਤ ਸਿੰਘ ਨੇ ਰਚਨਾ ਦੁਆਬ ਦਾ ਖਿੱਤਾ ਦੁਰਾਨੀਆਂ ਲਈ ਭੂੰਡਾਂ ਦਾ ਖੱਖਰ ਬਣਾਈ ਰੱਖਿਆ ਸੀ। ਰਾਵੀ ਤੋਂ ਲੈ ਕੇ ਸਿੰਧ ਦਰਿਆ ਤੱਕ ਵਾਪਸੀ ਦਾ ਸਫ਼ਰ ਦੁਰਾਨੀਆਂ ਲਈ ਮੌਤ ਦੀ ਘਾਟੀ ਪਾਰ ਕਰਨ ਵਾਲੀ ਗੱਲ ਹੁੰਦੀ ਸੀ। ਸਰਦਾਰ ਚੜ੍ਹਤ ਸਿੰਘ ਅਫਗਾਨਾਂ ਨੂੰ ਇੱਕ ਥਾਂ ਜੰਮ ਕੇ ਲੜਾਈ ਕਰਨ ਦਾ ਮੌਕਾ ਨਹੀਂ ਸੀ ਦਿੰਦਾ। ਉਹ ਅਫਗਾਨਾਂ ਉੱਤੇ ਝਪਟਾਂ ਮਾਰ-ਮਾਰ ਕੇ ਉਹਨਾਂ ਨੂੰ ਦਮੋਂ ਕੱਢ ਲੈਂਦਾ ਸੀ। ਹਥਿਆਰਬੰਦ ਚੀਨੀ ਇਨਕਲਾਬ 1921 ਤੋਂ 1949 ਦੇ ਰਹਿਬਰ ਮਾਓ ਜੇ ਤੁੰਗ ਨੇ ਆਪਣੀਆਂ ਸੈਨਿਕ ਲਿਖਤਾਂ ਵਿੱਚ ਛਾਪਾਮਾਰ ਯੁੱਧ ਦੇ ਜਿਹੜੇ ਪ੍ਰਮੁੱਖ ਗੁਰ ਅੰਕਿਤ ਕੀਤੇ ਹਨ। 2 ਸਦੀਆਂ ਪਹਿਲਾਂ ਸਰਦਾਰ ਚੜ੍ਹਤ ਸਿੰਘ ਉਹਨਾਂ ਨੂੰ ਪੂਰੀ ਨਿਪੁੰਨਤਾ ਨਾਲ ਅਮਲ ਵਿੱਚ ਲਿਆ ਚੁੱਕਾ ਸੀ। ਜੇਕਰ ਸਰਦਾਰ ਚੜ੍ਹਤ ਸਿੰਘ ਦੀਆਂ ਜੰਗੀ ਚਾਲਾਂ ਦਾ ਮੁਕੰਮਲ ਤੇ ਗਹਿਰਾ ਅਧਿਐਨ ਕੀਤਾ ਜਾਵੇ ਤਾਂ ਉਸ ਨੂੰ ਆਸਾਨੀ ਨਾਲ ਹੀ ਸੰਸਾਰ ਇਤਿਹਾਸ ਦੇ ਚੋਟੀ ਦੇ ਪ੍ਰਭਾਵਸ਼ਾਲੀ ਸੈਨਿਕ ਆਗੂਆਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪਰ ਬਾਬਾ ਦੀਪ ਸਿੰਘ ਜੀ ਨੇ ਕਿਸੇ ਅਗੰਮੀ ਅੰਤਰ ਪ੍ਰੇਰਨਾ ਚੋਂ ਖਾਲਸੇ ਦੀ ਇਸ ਪ੍ਰਚਲਿਤ ਯੁੱਧ ਰੀਤ ਤੋਂ ਲਾਂਭੇ ਜਾ ਕੇ ਦੁਸ਼ਮਣ ਨੂੰ ਸਿੱਧੇ ਮੱਥੇ ਵੰਗਾਰਨ ਦਾ ਫੈਸਲਾ ਕਰ ਲਿਆ ਸੀ। ਭਲੀ ਭਾਂਤ ਇਹ ਗੱਲ ਜਾਣਦੇ ਹੋਏ ਵੀ ਕਿ ਸਰਹੰਦ ਦੀ ਸੱਟ ਨਾਲ ਜ਼ਖਮੀ ਹੋਏ ਦੁਰਾਨੀਆਂ ਦੇ ਲਸ਼ਕਰ ਅੰਮ੍ਰਿਤਸਰ ਦੇ ਇਰਦ ਗਿਰਦ ਦਨ ਦਨਾਉਂਦੇ ਫਿਰ ਰਹੇ ਸਨ ਅਤੇ ਅਜਿਹੀ ਹਾਲਤ ਵਿੱਚ ਖਾਲਸੇ ਦਾ ਖੁੱਲ੍ਹਾ ਐਲਾਨ ਕਰਕੇ ਅੰਮ੍ਰਿਤਸਰ ਜਾਣਾ ਆਪਣੇ ਨਾਲੋਂ ਕਈ ਗੁਣਾ ਤਾਕਤਵਰ ਦੁਸ਼ਮਣ ਨਾਲ ਖੁੱਲ੍ਹਮ ਖੁੱਲ੍ਹੀ ਟੱਕਰ ਨੂੰ ਬੁਲਾਵਾ ਦੇਣਾ ਸੀ। ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਦੀਵਾਲੀ ਮਨਾਉਣ ਦੇ ਨਾ ਸਿਰਫ ਆਪਣੇ ਅਡੋਲ ਫੈਸਲੇ ਦਾ ਖੁੱਲ੍ਹਾ ਐਲਾਨ ਕਰ ਦਿੱਤਾ, ਸਗੋਂ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਆਪਣੇ ਨਾਲ ਤੋਰਨ ਲਈ ਲਾਮਬੰਦੀ ਦਾ ਬਿਗਲ ਵਜਾ ਦਿੱਤਾ। ਬਾਬਾ ਜੀ ਦੇ ਇਸ ਐਲਾਨ ਨੇ ਖਾਲਸਾ ਪੰਥ ਅੰਦਰ ਜੋਸ਼ ਦੀ ਤਰੰਗ ਪੈਦਾ ਕਰ ਦਿੱਤੀ। ਬਜ਼ੁਰਗ ਵਿਦਵਾਨ ਜਰਨੈਲ ਦਾ ਜੰਗੀ ਸੰਦੇਸ਼ ਮਿਲਦਿਆਂ ਹੀ ਆਲੇ ਦੁਆਲੇ ਦੇ ਇਲਾਕੇ ਚੋਂ ਭਾਰੀ ਗਿਣਤੀ ਵਿੱਚ ਸਿੰਘ ਕਾਫਲੇ ਬਣਾ ਕੇ ਦਮਦਮਾ ਸਾਹਿਬ ਪੁੱਜਣੇ ਸ਼ੁਰੂ ਹੋ ਗਏ। ਜਗਾ ਰਾਮ ਤੀਰਥ, ਬਹਿਮਣ, ਨਈਆਂਵਾਲਾ, ਫੂਲ, ਮਹਿਰਾਜ, ਗੋਬਿੰਦਪੁਰਾ, ਦਰਾਜ, ਭੁੱਚੋ ਅਤੇ ਦਰਜਨਾਂ ਹੀ ਹੋਰਨਾਂ ਪਿੰਡਾਂ ਚੋਂ 1000 ਤੋਂ ਵੱਧ ਸਿੰਘਾਂ ਨੇ ਬਾਬਾ ਦੀਪ ਸਿੰਘ ਜੀ ਦੀ ਰਹਿਨੁਮਾਈ ਵਿੱਚ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ। ਜੈਕਾਰੇ ਗੁਜਾਉਂਦਾ ਮਰਜੀਵੜਿਆਂ ਦਾ ਇਹ ਦਲ ਜਿਉਂ-ਜਿਉਂ ਅੱਗੇ ਵਧਦਾ ਗਿਆ ਤਿਉਂ-ਤਿਉਂ ਸਿੱਖ ਜਨਤਾ ਅੰਦਰ ਜੋਸ਼ ਤੇ ਸੂਰਮਗਤੀ ਦੀ ਭਾਵਨਾ ਪ੍ਰਚੰਡ ਕਰਦਾ ਗਿਆ। ਰਸਤੇ 'ਚੋਂ ਲਗਾਤਾਰ ਭਾਰੀ ਗਿਣਤੀ ਵਿੱਚ ਸਿਰਲੱਥ ਸਿੰਘ ਇਸ ਦਲ ਵਿੱਚ ਸ਼ਾਮਲ ਹੁੰਦੇ ਗਏ। ਤਰਨ ਤਾਰਨ ਤੀਕ ਪੁੱਜਦਿਆਂ ਇਸ ਸ਼ਹੀਦੀ ਕਾਫਲੇ ਦੀ ਸੰਖਿਆ 5000 ਨੂੰ ਪਾਰ ਕਰ ਗਈ ਸੀ। ਕਾਫਲੇ ਵਿੱਚ ਸ਼ਾਮਲ ਸਾਰੇ ਲੋਕ ਪੇਸ਼ਾਵਰ ਲੜਾਕੇ ਨਹੀਂ ਸਨ। ਉਹਨਾਂ 'ਚੋਂ ਬਹੁਤੇ ਆਮ ਪੇਂਡੂ ਕਿਸਾਨ ਅਤੇ ਕਾਮੇ ਲੋਕ ਸਨ, ਜਿਨ੍ਹਾਂ ਕੋਲ ਆਪਣੇ ਦੇਸੀ ਰਵਾਇਤੀ ਹਥਿਆਰ ਸੋਟੇ, ਗੰਡਾਸੀਆਂ, ਬਰਸ਼ੀਆਂ ਤੇ ਤਲਵਾਰਾਂ ਆਦਿ ਤੋਂ ਬਿਨਾਂ ਹੋਰ ਕੋਈ ਸ਼ਸਤਰ ਨਹੀਂ ਸਨ। ਉਹਨਾਂ ਦਾ ਸਭ ਤੋਂ ਉੱਤਮ ਹਥਿਆਰ ਧਾਰਮਿਕ ਜਜ਼ਬਾ ਸੀ। ਉਹ ਆਪਣੇ ਗੁਰੂ ਦੇ ਘਰ ਦੀ ਅਜ਼ਮਤ ਦੀ ਰੱਖਿਆ ਕਰਨ ਲਈ ਜਾਨਾਂ ਨਿਸ਼ਾਵਰ ਕਰ ਦੇਣ ਦਾ ਦ੍ਰਿੜ ਇਰਾਦਾ ਧਾਰ ਕੇ ਚੱਲੇ ਸਨ। ਤਰਨ ਤਾਰਨ ਤੋਂ ਅਗਲਾ ਸਫ਼ਰ ਆਰੰਭ ਕਰਨ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ ਅੱਗੇ ਵੱਧ ਕੇ ਆਪਣੇ ਖੰਡੇ ਦੀ ਨੋਕ ਨੂੰ ਜ਼ਮੀਨ ਨਾਲ ਛੁਹਾਇਆ ਅਤੇ ਧਰਤੀ ਉੱਤੇ ਇੱਕ ਲੰਮੀ ਗੂੜੀ ਲੀਕ ਵਾ ਦਿੱਤੀ। ਫਿਜ਼ਾ ਵਿੱਚ ਇੱਕ ਪਲ ਲਈ ਗਾੜੀ ਚੁੱਪ ਪਸਰ ਗਈ। ਬਾਬਾ ਜੀ ਨੇ ਦਲ ਉੱਤੇ ਗਹਿਰੀ ਨਜ਼ਰ ਘੁਮਾਈ ਅਤੇ ਫਿਰ ਗਰਜਵੀਂ ਆਵਾਜ਼ ਵਿੱਚ ਬੋਲੇ ਕਿ ਜੋ ਧਰਮ ਹੇਤੂ ਕੁਰਬਾਨ ਹੋਣ ਲਈ ਤਤਪਰ ਹੈ ਉਹ ਲੀਕ ਟੱਪ ਕੇ ਅੱਗੇ ਆ ਜਾਵੇ। ਲੀਕ ਦੇ ਉਸ ਤਰਫ ਕਿਸ ਰਹਿਣਾ ਸੀ? ਜੋ ਆਏ ਸਨ ਉਹ ਪੱਕੇ ਮਨ ਬਣਾ ਕੇ ਹੀ ਆਏ ਸਨ। ਫੁਰਤੀ ਅਤੇ ਅਣਮਿਆਉਂਦੇ ਚਾਉ ਨਾਲ ਸਾਰਾ ਦਲ ਲੀਕ ਪਾਰ ਕਰ ਗਿਆ। ਫਿਰ ਇਤਿਹਾਸ ਦਾ ਇੱਕ ਲਾਸਾਨੀ ਕਾਂਡ ਰਚਣ ਦੀਆਂ ਰਸਮੀ ਤਿਆਰੀਆਂ ਸ਼ੁਰੂ ਹੋ ਗਈਆਂ। ਸਿੰਘਾਂ ਅੰਦਰ ਸ਼ਹਾਦਤ ਦਾ ਚਾਅ ਇਸ ਕਦਰ ਠਾਠਾਂ ਮਾਰ ਰਿਹਾ ਸੀ ਕਿ ਉਹਨਾਂ ਨੇ ਮੌਤ ਲਾੜੀ ਨੂੰ ਪਰਨਾਉਣ ਚੱਲੇ ਲਾੜਿਆਂ ਵਾਂਗ ਹੱਥਾਂ ਉੱਤੇ ਸ਼ਗਨਾਂ ਦੇ ਗਾਨੇ ਬੰਨ੍ਹ ਲਏ ਅਤੇ ਉਚੇਚੇ ਸੁੰਦਰ ਲਿਬਾਸ ਸਜਾ ਲਏ। ਸ਼ਗਨਾਂ ਵਜੋਂ ਬਸਤਰਾਂ ਉੱਤੇ ਕੇਸਰ ਧੂੜਿਆ ਗਿਆ। ਅਹਿਮਦ ਸ਼ਾਹ ਆਪਣੇ ਸਭ ਤੋਂ ਕਾਬਲ ਜਰਨੈਲ ਜਹਾਨ ਖਾਨ ਨੂੰ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣ ਦੀਆਂ ਹਦਾਇਤਾਂ ਦੇ ਕੇ ਆਪ ਵਾਪਸ ਪੇਸ਼ਾਵਰ ਚਲਾ ਗਿਆ ਸੀ। ਜਹਾਨ ਖਾਨ ਨੂੰ ਜਦ ਸਿੰਘਾਂ ਦੇ ਵੱਡੇ ਦਲ ਦੇ ਅੰਮ੍ਰਿਤਸਰ ਵੱਲ ਕੂਚ ਕਰਨ ਦੀ ਖਬਰ ਮਿਲੀ ਤਾਂ ਉਸ ਨੇ ਹਾਜੀ ਅਤਾਈ ਖਾਂ,
ਜੋ ਉਸ ਵਕਤ ਆਪਣੇ ਸੈਨਿਕ ਦਲ ਨਾਲ ਅੰਮ੍ਰਿਤਸਰ ਦੇ ਇਰਦ-ਗਿਰਦ ਹੀ ਘੁੰਮ ਰਿਹਾ ਸੀ, ਨੂੰ ਤੁਰੰਤ ਸ਼ਹਿਰ ਦੀ ਜੂਹ ਤੇ ਲੜਾਈ ਦੇ ਮੋਰਚੇ ਮੱਲ ਲੈਣ ਦਾ ਸੁਨੇਹਾ ਭੇਜ ਦਿੱਤਾ ਅਤੇ ਆਪਣੇ ਵੱਲੋਂ ਵੀ ਜਲਦੀ ਉਸ ਨਾਲ ਜਾ ਮਿਲਣ ਦਾ ਇਕਰਾਰ ਕਰ ਲਿਆ। ਜਹਾਨ ਖਾਨ ਇੰਨਾ ਘਾਬਰ ਗਿਆ ਸੀ ਕਿ ਉਸ ਨੇ ਸਿੱਖਾਂ ਵਿਰੁੱਧ ਜਹਾਦ ਛੇੜਨ ਦੀ ਮੁਨਾਦੀ ਕਰਾ ਦਿੱਤੀ ਅਤੇ ਹਰ ਘੋੜਸਵਾਰ ਨੂੰ ਜਹਾਦ ਵਿੱਚ ਸ਼ਾਮਲ ਹੋਣ ਦੀ ਹਦਾਇਤ ਕਰ ਦਿੱਤੀ ਗਈ। ਇੱਥੋਂ ਤੱਕ ਕਿ ਉਸ ਦੀ ਆਪਣੀ ਬੇਗਮ ਦੇ ਨਿੱਜੀ ਨੌਕਰ ਚਾਕਰ ਵੀ ਸਭ ਕੁਝ ਛੱਡ ਛੁਡਾ ਕੇ ਜਹਾਦ ਵਿੱਚ ਸ਼ਾਮਲ ਹੋ ਗਏ ਸਨ। ਅਤਾਈ ਖਾਂ ਤਾਂ ਕਿਸੇ ਵਜ੍ਹਾ ਕਰਕੇ ਥੋੜਾ ਪਛੜ ਗਿਆ, ਪਰ ਜਹਾਨ ਖਾਨ ਦੀਆਂ ਫੌਜਾਂ ਦਾ ਸਿੰਘਾਂ ਦੇ ਦਲ ਨਾਲ ਅੰਮ੍ਰਿਤਸਰ ਤੋਂ 5 ਮੀਲ ਦੀ ਦੂਰੀ ਤੇ ਗੋਲਵੜ ਨਾਂ ਦੇ ਪਿੰਡ ਕੋਲ ਜਾ ਟਾਕਰਾ ਹੋਇਆ। ਸਿੰਘਾਂ ਨੇ ਅਫਗਾਨਾਂ ਉੱਤੇ ਇੰਨੇ ਜੋਸ਼ ਨਾਲ ਹੱਲਾ ਬੋਲਿਆ ਕਿ ਦੁਸ਼ਮਣਾਂ ਦੀਆਂ ਸਫਾਂ ਵਿੱਚ ਭਾਜੜ ਮਚ ਗਈ। ਘਬਰਾਏ ਹੋਏ ਜਹਾਨ ਖਾਨ ਦਾ ਸਾਰਾ ਜ਼ੋਰ ਆਪਣੀ ਥੜਕ ਰਹੀ ਫੌਜ ਨੂੰ ਟਿਕਾਉਣ ਅਤੇ ਲੜਨ ਲਈ ਪ੍ਰੇਰਨ ਤੇ ਲੱਗ ਰਿਹਾ। ਉਹ ਆਪਣੇ ਭੱਜੇ ਜਾਂਦੇ ਸਿਪਾਹੀਆਂ ਨੂੰ ਉੱਚੀ ਉੱਚੀ ਝਿੜਕਾਂ ਤੇ ਗਾਲਾਂ ਦਿੰਦਾ, ਘੇਰ ਘੇਰ ਕੇ ਲੜਨ ਲਈ ਪ੍ਰੇਰਿਤ ਕਰਦਾ ਰਿਹਾ। ਇੰਨੇ ਚਿਰ ਨੂੰ ਅਤਾਈ ਖਾਂ ਦਾ ਦਲ ਅਤੇ ਤੋਪਖਾਨੇ ਦੀ ਕੁਮਕ ਵੀ ਪੁੱਜ ਗਏ। ਇਸ ਨਾਲ ਅਫਗਾਨਾਂ ਦਾ ਪਾਸਾ ਭਾਰੀ ਹੋ ਗਿਆ, ਪਰ ਫਿਰ ਵੀ ਰਵਾਇਤੀ ਪੇਂਡੂ ਹਥਿਆਰਾਂ ਨਾਲ ਲੜ ਰਹੇ ਸਿੰਘਾਂ ਨੇ ਤੋਪਖਾਨੇ ਮੂਹਰੇ ਹਿੱਕਾਂ ਢਾਹ ਦਿੱਤੀਆਂ। ਬਾਬਾ ਦੀਪ ਸਿੰਘ ਜੀ ਨੇ 80 ਸਾਲ ਦੀ ਬਿਰਧ ਅਵਸਥਾ ਵਿੱਚ ਵੀ ਇੰਨੇ ਪ੍ਰਚੰਡ ਜੋਸ਼ ਨਾਲ ਖੰਡਾ ਵਾਹਿਆ ਕਿ ਉਹ ਦੁਸ਼ਮਣਾਂ ਦੀਆਂ ਸਫਾਂ ਨੂੰ ਚੀਰਦੇ ਹੋਏ ਅੰਮ੍ਰਿਤਸਰ ਦੀ ਤਰਫ 4 ਮੀਲ ਤੱਕ ਅੱਗੇ ਵਧ ਗਏ। ਸੀਸ ਸਮੇਤ ਉਹਨਾਂ ਦਾ ਸਾਰਾ ਜਿਸਮ ਲਹੂ ਲੁਹਾਨ ਹੋ ਗਿਆ ਸੀ, ਪਰ ਦਰਬਾਰ ਸਾਹਿਬ ਪੁੱਜਣ ਦੀ ਚਾਹ ਉਹਨਾਂ ਅੰਦਰ ਅਗੰਮੀ ਜੋਸ਼ ਭਰਦੀ ਰਹੀ ਅਤੇ ਉਹ ਬੇਹੱਦ ਜ਼ਖਮੀ ਹਾਲਤ ਵਿੱਚ ਵੀ ਦੁਸ਼ਮਣਾਂ ਦੇ ਡੱਕਰੇ ਕਰਦੇ ਰਹੇ। ਇੱਥੋਂ ਤੱਕ ਕਿ ਜਦ ਗਰਦਨ ਉੱਤੇ ਲੱਗੇ ਡੂੰਘੇ ਘਾਉ ਸਦਕਾ ਸਿਰ ਨੂੰ ਇੱਕ ਹੱਥ ਨਾਲ ਠੁੰਮਣਾ ਦੇ ਕੇ ਚੱਲਣ ਦੀ ਨੌਬਤ ਪੈਦਾ ਹੋ ਗਈ, ਫਿਰ ਵੀ ਇੱਕੋ ਹੱਥ ਨਾਲ ਖੰਡਾ ਚਲਾਉਂਦੇ ਹੋਏ ਅੱਗੇ ਵਧਦੇ ਰਹੇ। ਬਾਕੀ ਸਿੰਘ ਵੀ ਇੰਨੇ ਜਜ਼ਬੇ ਨਾਲ ਲੜੇ ਕਿ ਦੁਸ਼ਮਣ ਦੀਆਂ ਤੋਪਾਂ ਨਤਾਣੀਆਂ ਪੈ ਗਈਆਂ ਪ੍ਰਤੀਤ ਹੋਣ ਲੱਗੀਆਂ। ਸਿਰ ਕੱਟੇ ਜਾਂਦੇ ਰਹੇ, ਲਹੂ ਨੁੱਚੜਦਾ ਰਿਹਾ, ਸਿੰਘਾਂ ਦੀ ਗਿਣਤੀ ਘਟਦੀ ਗਈ, ਪਰ ਤੇਗਾਂ ਵਾਹੁੰਦੇ ਤੇ ਜੈਕਾਰੇ ਗੁਜਾਉਂਦੇ ਦਸ਼ਮੇਸ਼ ਦੇ ਨਾਦੀ ਪੁੱਤਰਾਂ ਨੇ ਧੁੱਸ ਦੇ ਕੇ ਦਰਬਾਰ ਸਾਹਿਬ ਦੀ ਦਿਸ਼ਾ ਵਿੱਚ ਅੱਗੇ ਵਧਣਾ ਜਾਰੀ ਰੱਖਿਆ। ਗੋਲਵਾੜ ਪਿੰਡ ਤੋਂ ਸ਼ੁਰੂ ਹੋਈ ਖੂਨੀ ਜੰਗ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਜਾ ਪੁੱਜੀ ਸੀ। ਇਸ ਜੰਗ ਵਿੱਚ ਸ਼ਾਮਲ ਇੱਕ ਅਫਗਾਨੀ ਬਿਰਤਾਂਤਕਾਰ ਦੁਆਰਾ ਲਿਖੀ ਜੰਗ ਦੀ ਤਫਸੀਲ ਤੋਂ ਸਾਫ਼ ਮਾਲੂਮ ਹੋ ਜਾਂਦਾ ਹੈ ਕਿ ਕੁਝ ਸਿਰਲੱਥ ਸਿੰਘ ਦੁਸ਼ਮਣ ਦੀਆਂ ਸਫਾਂ ਨੂੰ ਚੀਰ ਕੇ ਦਰਬਾਰ ਸਾਹਿਬ ਦੇ ਦੁਆਰ ਤੀਕ ਜਾ ਪੁੱਜੇ ਸਨ। ਇਸ ਤੋਂ ਸ੍ਰੀ ਦਰਬਾਰ ਸਾਹਿਬ ਨਾਲ ਸਿੱਖਾਂ ਦੀ ਪ੍ਰੀਤ ਅਤੇ ਵਫਾ ਦਾ ਸਾਫ਼ ਅਨੁਮਾਨ ਲਾਇਆ ਜਾ ਸਕਦਾ ਹੈ। ਗੋਲਵੜ ਤੋਂ ਲੈ ਕੇ ਦਰਬਾਰ ਸਾਹਿਬ ਦੇ ਦੁਆਰ ਤੀਕ ਲਾਸ਼ਾਂ ਦੇ 70 ਵਿਛ ਗਏ ਸਨ। ਮੀਲਾਂ ਤੱਕ ਧਰਤੀ ਉੱਤੇ ਲਹੂ ਦੀ ਪਰਤ ਵਿਛ ਗਈ ਸੀ। 5000 ਸਿੰਘਾਂ ਚੋਂ ਇੱਕ ਵੀ ਸਿੰਘ ਜਿਉਂਦਾ ਨਹੀਂ ਸੀ ਬਚਿਆ। ਕਿਸੇ ਇੱਕ ਵੀ ਸਿੰਘ ਨੇ ਮੌਤ ਤੋਂ ਪਾਸਾ ਨਹੀਂ ਸੀ ਵਟਿਆ। ਇਸ ਜੰਗ ਵਿੱਚ ਅਫਗਾਨਾਂ ਦਾ ਬੇਹਿਸਾਬਾ ਲਹੂ ਡੁੱਲਿਆ। ਖਫਾ ਹੋਏ ਜਹਾਨ ਖਾਨ ਨੇ ਜੰਗ ਦੇ ਖਾਤਮੇ ਤੋਂ ਬਾਅਦ ਆਪਣੇ ਡੰਗ ਦਾ ਰੁਖ ਦਰਬਾਰ ਸਾਹਿਬ ਅਤੇ ਸਰੋਵਰ ਵੱਲ ਕਰ ਲਿਆ। ਉਸ ਨੇ ਗੁੱਸੇ ਵਿੱਚ ਇਮਾਰਤਾਂ ਤੋੜ ਦਿੱਤੀਆਂ ਅਤੇ ਬੇਅਦਬੀ ਕਰਨ ਦੇ ਮੰਤਵ ਨਾਲ ਸਰੋਵਰ ਨੂੰ ਕੂੜੇ ਕਰਕਟ ਤੇ ਹੱਡੀਆਂ ਨਾਲ ਭਰ ਦਿੱਤਾ। ਦੁਰਾਨੀਆਂ ਨੇ ਸੋਚਿਆ ਹੋਣਾ ਕਿ ਏਡੀ ਮਾਰੂ ਸੱਟ ਤੋਂ ਬਾਅਦ ਸਿੱਖ ਜੇਕਰ ਹਮੇਸ਼ਾ ਲਈ ਨਹੀਂ ਤਾਂ ਘੱਟੋ ਘੱਟ ਕਈ ਸਾਲਾਂ ਤੱਕ ਮੁੜ ਉੱਠਣ ਜੋਗਰੇ ਨਹੀਂ ਰਹਿਣਗੇ। ਪਰੰਤੂ ਇਸ ਸੱਟ ਦੇ ਨਤੀਜਿਆਂ ਬਾਰੇ ਅਫਗਾਨਾਂ ਦੇ ਸਾਰੇ ਅੰਦਾਜ਼ੇ ਪੂਰੀ ਤਰ੍ਹਾਂ ਗਲਤ ਸਾਬਤ ਹੋਏ। ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਤੇ ਤਬਾਹੀ ਨੇ ਸਿੱਖਾਂ ਅੰਦਰ ਇੰਨਾ ਤੀਬਰ ਰੋਹ ਪੈਦਾ ਕਰ ਦਿੱਤਾ ਕਿ ਉਸ ਨੂੰ ਕਾਬੂ ਕਰ ਸਕਣਾ ਅਫਗਾਨਾਂ ਦੇ ਵੱਸ ਦੀ ਗੱਲ ਨਾ ਰਹੀ। ਦਰਬਾਰ ਸਾਹਿਬ ਦੀ ਬੇਅਦਬੀ ਜਦ ਵੀ ਹੋਈ ਤਾਂ ਸਿੱਖਾਂ ਅੰਦਰ ਹਮੇਸ਼ਾ ਹੀ ਗੈਬੀ ਰੋਹ ਪੈਦਾ ਹੋਇਆ ਅਤੇ ਉਹਨਾਂ ਅੰਦਰ ਪਾਪੀ ਨੂੰ ਦੰਡ ਦੇਣ ਦਾ ਪ੍ਰਬਲ ਜਜ਼ਬਾ ਪੈਦਾ ਹੁੰਦਾ ਰਿਹਾ। ਪਰ ਇਸ ਤੋਂ ਪਹਿਲਾਂ ਸਿੰਘਾਂ ਦੇ ਆਪਣੇ ਰੋਹ ਪ੍ਰਗਟਾਉਣ ਤੇ ਪਾਪੀ ਨੂੰ ਦੰਡ ਦੇਣ ਦੇ ਤੌਰ ਤਰੀਕੇ ਕਾਫੀ ਵੱਖਰੇ ਹੁੰਦੇ ਸਨ। ਉਹ ਛੋਟੇ ਜੁੱਟ ਬਣਾ ਕੇ ਵੈਰੀ ਉੱਤੇ ਲੋਕ ਛਿਪ ਕੇ ਝਪਟ ਮਾਰਦੇ ਸਨ। ਉਹਨਾਂ ਦੀ ਫੁਰਤੀ ਤੇ ਦੀਦਾ ਦਲੇਰੀ ਦਾ ਕੋਈ ਮੁਕਾਬਲਾ ਨਹੀਂ ਸੀ। ਪਰ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਲਈ ਸਿੱਖ ਕੌਮ ਨੂੰ ਜੰਗ ਲੜਨ ਦਾ ਖੁੱਲ੍ਹਾ ਹੋਕਾ ਦੇਣ
ਅਤੇ ਸਮਕਾਲੀ ਹੁਕਮਰਾਨ ਤਾਕਤ ਵਿਰੁੱਧ ਜੰਮ ਕੇ ਲੜਾਈ ਲੜਨ ਦਾ ਇਤਿਹਾਸ ਅੰਦਰ ਇਹ ਪਹਿਲਾ ਮੌਕਾ ਸੀ। ਜੂਨ 1984 ਵਿੱਚ 227 ਸਾਲਾਂ ਦੇ ਵਕਫੇ ਬਾਅਦ ਇਹ ਇਤਿਹਾਸ ਇੱਕ ਵਾਰ ਫਿਰ ਦੁਹਰਾਇਆ ਗਿਆ, ਜਦ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਜੁਝਾਰੂ ਸਾਥੀਆਂ ਨੇ ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦੇ ਹੋਏ ਭਾਰਤ ਸਰਕਾਰ ਦੀਆਂ ਧਾੜਵੀ ਫੌਜਾਂ ਨਾਲ ਸਿੱਧੇ ਮੱਥੇ ਗਹਿ ਗਚਵੀਂ ਲੜਾਈ ਲੜਦਿਆਂ ਪਰਿਕਰਮਾ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ ਸਨ। ਵੈਸੇ ਤਾਂ ਇਤਿਹਾਸ ਅੰਦਰ ਦਰਬਾਰ ਸਾਹਿਬ ਦੀ ਮਾਣ ਮਰਜ਼ਾਦਾ ਕਾਇਮ ਰੱਖਣ ਲਈ ਹੋਈ ਹਰ ਸ਼ਹਾਦਤ ਸਿੱਖ ਪੰਥ ਦੀ ਸਮੂਹਕ ਯਾਦ ਦਾ ਅਭਿੰਨ ਅੰਗ ਅਤੇ ਕੌਮੀ ਗੌਰਵ ਦੀ ਅਮਿੱਟ ਨਿਸ਼ਾਨੀ ਬਣ ਗਈ ਹੈ, ਪਰੰਤੂ ਸਿੱਖ ਮਨ ਉੱਤੇ ਜੋ ਅਸਰ ਬਾਬਾ ਦੀਪ ਸਿੰਘ ਦੀ ਸ਼ਹਾਦਤ ਨੇ ਛੱਡਿਆ, ਉਸ ਦਾ ਰੰਗ ਬਹੁਤ ਹੀ ਨਿਆਰਾ ਹੈ। ਅਰਜਨ ਦਾਸ ਮਲਕ ਦੇ ਸ਼ਬਦਾਂ ਵਿੱਚ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੇ ਪੰਜਾਬ ਦੀ ਆਤਮਾ ਨੂੰ ਹਲੂਣ ਕੇ ਰੱਖ ਦਿੱਤਾ ਅਤੇ ਸਿੱਖਾਂ ਅੰਦਰ ਕੁਰਬਾਨੀ ਦੀ ਨਵੀਂ ਰੂਹ ਫੂਕ ਦਿੱਤੀ। 2.5 ਸਦੀਆਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਹਰ ਸਿੱਖ ਸੁੱਤੇ ਸਿੱਧ ਹੀ ਇਹ ਕਹਿ ਉੱਠਦਾ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ। ਇਸ ਜੰਗ ਨੇ ਫੌਰੀ ਤੌਰ ਤੇ ਇਤਿਹਾਸ ਦਾ ਪਾਸਾ ਪਲਟ ਕੇ ਰੱਖ ਦਿੱਤਾ ਸੀ। ਮੁਗਲਾਂ ਤੇ ਅਫਗਾਨਾਂ ਵਿਰੁੱਧ ਧਰਮ ਯੁੱਧ ਲੜ ਰਹੇ ਜੁਝਾਰੂ ਸਿੰਘਾਂ ਦੇ ਖੂਨ ਅੰਦਰ ਇੱਕਦਮ ਅਜਿਹਾ ਜੋਸ਼ ਉਬਾਲਾ ਆਇਆ ਕਿ ਉਹਨਾਂ ਆਪਣੇ ਹੋਣਹਾਰ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲਾਮਬੰਦ ਹੋ ਕੇ ਦੁਸ਼ਮਣਾਂ ਨੂੰ ਦਿਨਾਂ ਅੰਦਰ ਹੀ ਮੂਹਰੇ ਲਾ ਲਿਆ। ਸ਼ਿਵਾਲਕ ਦੀਆਂ ਪਹਾੜੀਆਂ 'ਚ ਇਕੱਠੇ ਹੋਏ ਸਿੰਘਾਂ ਦੇ ਦਲ ਨੇ ਫੁਰਤੀ ਨਾਲ ਹੇਠਾਂ ਉਤਰ ਕੇ ਮਹਿਲਪੁਰ ਦੇ ਸਥਾਨ ਤੇ ਇਕੱਠੀਆਂ ਹੋਈਆਂ ਜਹਾਨ ਖਾਨ ਦੀਆਂ ਫੌਜਾਂ ਉੱਤੇ ਅਦੀਨਾ ਬੇਗ ਨਾਲ ਰਲ ਕੇ ਇੰਨਾ ਜ਼ੋਰਦਾਰ ਧਾਵਾ ਬੋਲਿਆ ਕਿ ਇੱਕੋ ਹੀ ਹੱਲੇ ਨਾਲ ਅਫਗਾਨਾਂ ਦੇ ਪੈਰ ਉਖੜ ਗਏ। ਦੁਰਾਨੀਆਂ ਨੂੰ ਮਾਰ ਭਜਾ ਦੇਣ ਤੋਂ ਬਾਅਦ ਸਿੰਘਾਂ ਨੇ ਦੁਆਬੇ ਅੰਦਰ ਸਿੱਖ ਪੰਥ ਦੇ ਦੁਸ਼ਮਣਾਂ ਦੀ ਚੁਣ ਕੇ ਉਹ ਗੱਤ ਬਣਾਈ ਕਿ ਖਾਲਸੇ ਦੇ ਇਸ ਭਿਅੰਕਰ ਕ੍ਰੋਧ ਨੂੰ ਦੇਖ ਕੇ ਜਹਾਨ ਖਾਨ ਤੇ ਉਸ ਦੇ ਅਫਗਾਨ ਲਸ਼ਕਰ ਦੇ ਹੌਸਲੇ ਪਸਤ ਹੋ ਗਏ। ਅਫਗਾਨੀਆਂ ਦਾ ਲਾਹੌਰ ਤੋਂ ਬਾਹਰ ਨਿਕਲ ਕੇ ਸਿੰਘਾਂ ਨਾਲ ਦਸਤ ਪੰਜਾ ਲੈਣ ਦਾ ਹਿਆ ਨਾ ਪਿਆ, ਪਰ ਸਿੱਖ ਇੰਨੇ ਪ੍ਰਚੰਡ ਗੁੱਸੇ, ਰੋਹ ਤੇ ਚੜ੍ਹਤ ਵਿੱਚ ਸਨ ਕਿ ਉਹਨਾਂ ਰਾਤਾਂ ਨੂੰ ਲਾਹੌਰ ਦੇ ਦਰਵਾਜ਼ੇ ਖੜਕਾਉਣੇ ਸ਼ੁਰੂ ਕਰ ਦਿੱਤੇ ਸਨ। ਤਹਿਮਸ ਖਾਨ ਮਿਸਕਨ ਦੇ ਆਪਣੇ ਸ਼ਬਦਾਂ ਵਿੱਚ ਹਰ ਰਾਤ ਹਜ਼ਾਰਾਂ ਦੀ ਸੰਖਿਆ ਵਿੱਚ ਸਿੰਘ ਇਕੱਠੇ ਹੋ ਕੇ ਲਾਹੌਰ ਨੂੰ ਆ ਪੈਂਦੇ ਅਤੇ ਇਸ ਦੇ ਇਰਦ ਗਿਰਦ ਤਬਾਹੀ ਮਚਾ ਦਿੰਦੇ ਸਨ। ਸ਼ਹਿਰ ਦਾ ਕੋਈ ਵੀ ਜੀਅ ਉਹਨਾਂ ਦਾ ਟਾਕਰਾ ਕਰਨ ਲਈ ਬਾਹਰ ਨਹੀਂ ਸੀ ਨਿਕਲਦਾ, ਸਗੋਂ ਦਿਨ ਛਿਪਾ ਦੇ ਨਾਲ ਹੀ ਸ਼ਹਿਰ ਦੇ ਦਰਵਾਜ਼ਿਆਂ ਨੂੰ ਜਿੰਦਰੇ ਮਾਰ ਦੇਣ ਦਾ ਹੁਕਮ ਜਾਰੀ ਹੋ ਗਿਆ ਸੀ। ਇਸ ਤਰ੍ਹਾਂ ਸਿੰਘਾਂ ਨੇ ਅੰਦਰੀ ਦੜੇ ਦੁਰਾਨੀਆਂ ਲਈ ਉਸ ਸਾਲ ਸਰਦੀਆਂ ਦੀ ਧੁੱਪ ਸੇਕਣੀ ਹਰਾਮ ਕਰ ਦਿੱਤੀ ਸੀ। ਖੁਸ਼ਕਿਸਮਤੀ ਨਾਲ ਇਸੇ ਦੌਰਾਨ ਭਾਰਤ ਅੰਦਰ ਅਜਿਹੀ ਰਾਜਨੀਤਕ ਤੇ ਸੈਨਿਕ ਚੱਕ-ਥਲ ਹੋ ਗਈ ਕਿ ਮਰਹੱਟਿਆਂ ਦੇ ਰੂਪ ਵਿੱਚ ਸਿੰਘਾਂ ਨੂੰ ਅਫਗਾਨੀਆਂ ਵਿਰੁੱਧ ਇੱਕ ਹੋਰ ਲਾਹੇਵੰਦਾ ਯੁੱਧ ਸੰਘੀ ਮਿਲ ਗਿਆ ਸੀ। ਫਿਰ ਤਾਂ ਸਿੰਘਾਂ ਨੇ ਪੰਜਾਬ ਅੰਦਰ ਦਿਨਾਂ ਅੰਦਰ ਹੀ ਹੇਠਲੀ ਉੱਤੇ ਲਿਆ ਦਿੱਤੀ। ਮਾਰਚ 1758 ਵਿੱਚ ਸਿੰਘਾਂ ਨੇ ਮਰਹੱਟਿਆਂ ਨਾਲ ਰਲ ਕੇ ਸਰਹਿੰਦ ਉੱਤੇ ਧਾਵਾ ਬੋਲ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਇੱਕ ਵਾਰ ਫਿਰ ਇਸ ਪਾਪ ਦੀ ਨਗਰੀ ਉੱਤੇ ਰਜਵਾਂ ਗੁੱਸਾ ਕੱਢਿਆ। ਸਰਹੰਦ ਵੱਲੋਂ ਵਿਹਲੇ ਹੋ ਕੇ ਜਦ ਇਸ ਸਾਂਝੇ ਲਸ਼ਕਰ ਨੇ ਲਾਹੌਰ ਵੱਲ ਧੁੱਸ ਦੇ ਲਈ ਤਾਂ ਅਬਦਾਲੀ ਦੇ ਵੀਰ ਸਹਿਜਾਦੇ ਤੈਮੂਰ ਸ਼ਾਹ ਤੇ ਉਸ ਦੇ ਨਾਮੀ ਜਰਨੈਲ ਜਹਾਨ ਖਾਨ ਨੂੰ ਕੱਚੀਆਂ ਤਰੇੜੀਆਂ ਛੁੱਟ ਪਈਆਂ ਸਨ। ਦੁਰਾਨੀਆਂ ਦੀ ਸਿੱਖਾਂ ਦੇ ਕਹਿਰ ਅੱਗੇ ਖੜਨ ਦੀ ਹਿੰਮਤ ਨਾ ਪਈ ਅਤੇ ਉਹਨਾਂ ਲੁੱਟ ਦਾ ਸਾਰਾ ਮਾਲ ਅਸਬਾਬ ਇਕੱਠਾ ਕਰਕੇ ਲਾਹੌਰ ਤੋਂ ਖਿਸਕਣ ਦੀ ਕੀਤੀ, ਪਰ ਜੇਤੂ ਲਸ਼ਕਰ ਭੱਜੇ ਜਾਂਦੇ ਦੁਰਾਨੀਆਂ ਦੇ ਪਿੱਛੇ ਹੋ ਤੁਰਿਆ। ਸਾਹੋ-ਸਾਹੀ ਹੋਏ ਤੈਮੂਰ ਸ਼ਾਹ ਤੇ ਜਹਾਨ ਖਾਨ ਨੇ ਆਪਣੇ ਲਸ਼ਕਰ ਦੇ ਅਗਲੇ ਹਿੱਸੇ ਨਾਲ ਚਨਾਹ ਦੇ ਠੰਡੇ ਅਤੇ ਤੇਜ਼ ਪਾਣੀਆਂ ਨੂੰ ਪਾਰ ਕਰਕੇ ਇਸ ਦੇ ਪੱਛਮੀ ਕਿਨਾਰੇ ਤੇ ਅਜੇ ਮਸੀਂ ਹੀ ਕਦਮ ਰੱਖੇ ਸਨ ਕਿ ਉਹਨਾਂ ਦੇ ਖੁਰ ਟੁੱਕਦੇ ਆ ਰਹੇ ਸਿੰਘਾਂ ਤੇ ਮਰਹੱਟਿਆਂ ਨੇ ਦੁਰਾਨੀ ਲਸ਼ਕਰ ਦੇ ਬਾਕੀ ਬਚਦੇ ਹਿੱਸੇ ਨੂੰ ਪੂਰਬੀ ਘਾਟ ਤੇ ਹੀ ਦਬੋਚ ਲਿਆ। ਮਰਹੱਟਿਆਂ ਦੀ ਵੱਧ ਰੁਚੀ ਤਾਂ ਲੁੱਟ ਦਾ ਮਾਲ ਹੜੱਪਣ ਵਿੱਚ ਹੀ ਸੀ, ਪਰ ਸਿੱਖਾਂ ਦੇ ਮਨਾਂ ਅੰਦਰ ਅਫਗਾਨੀਆਂ ਵਿਰੁੱਧ ਦਰਬਾਰ ਸਾਹਿਬ ਦੀ ਬੇਅਦਬੀ ਦਾ ਇੰਨਾ ਗੁੱਸਾ ਭਰਿਆ ਪਿਆ ਸੀ ਕਿ ਦੁਰਾਨੀਆਂ ਨੂੰ ਵੇਂਦਿਆਂ ਹੀ ਉਹ ਉਹਨਾਂ ਉੱਤੇ ਭੁੱਖੇ ਸ਼ੇਰਾਂ ਵਾਂਗ ਝਪਟ ਪਏ।
ਅਤੇ ਪਤਾ ਨਹੀਂ ਕਹਿਰ ਦੇ ਉਸ ਰੋਜ਼ ਉਹਨਾਂ ਨੇ ਚਨਾਹ ਦੀ ਰੇਤ ਅੰਦਰ ਦਰਬਾਰ ਸਾਹਿਬ ਦੇ ਦੋਖੀਆਂ ਦਾ ਕਿੰਨਾ ਲਹੂ ਵਹਾ ਦਿੱਤਾ। ਸਿੰਘਾਂ ਨੇ ਜੀ ਭਰ ਕੇ ਤੇਗਾਂ ਵਾਹੀਆਂ ਅਤੇ ਅਖੀਰ ਵਿੱਚ ਮਿੰਨਤਾਂ ਤਰਲੇ ਕਰਦੇ ਸੈਂਕੜੇ ਅਫਗਾਨੀਆਂ ਨੂੰ ਪੁੱਠੀਆਂ ਮੁਸ਼ਕਾਂ ਦੇ ਲਈਆਂ ਤੇ ਉਹਨਾਂ ਨੂੰ ਅੰਮ੍ਰਿਤਸਰ ਵੱਲ ਹਿੱਕ ਲਿਆ, ਜਿੱਥੇ ਉਹਨਾਂ ਕੋਲੋਂ ਸਾਰਾ ਪਾਪ ਜੋ ਉਹ 6 ਮਹੀਨੇ ਪਹਿਲਾਂ ਖੁਦ ਚਾੜ ਕੇ ਗਏ ਸਨ ਸਾਫ਼ ਕਰਵਾਇਆ। ਅਫਗਾਨੀਆਂ ਕੋਲੋਂ ਸਰੋਵਰ ਦੀ ਮੁਕੰਮਲ ਸਫਾਈ ਕਰਵਾ ਕੇ ਸਿੰਘਾਂ ਨੇ ਵਿਸਾਖੀ ਉੱਤੇ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਖੂਬ ਤਰਸੇਵਾਂ ਲਾਇਆ। ਇਸ ਤਰ੍ਹਾਂ ਅਫਗਾਨੀ ਧਾੜਵੀਆਂ ਨੂੰ ਚਾਲੂ ਕਰਕੇ ਸਿੱਖਾਂ ਨੇ ਪੰਜਾਬ ਅੰਦਰ ਆਪਣੀ ਤਾਕਤ ਦਾ ਸਿੱਕਾ ਕਾਇਮ ਕਰ ਲਿਆ। ਅਗਲੇ 4 ਸਾਲ ਉਹਨਾਂ ਨੂੰ ਦਰਬਾਰ ਸਾਹਿਬ ਵਿਖੇ ਵਿਸਾਖੀ ਤੇ ਦੀਵਾਲੀ ਮਨਾਉਣ ਤੋਂ ਕੋਈ ਨਾ ਡੱਕ ਸਕਿਆ, ਜਿਸ ਦੌਰਾਨ ਉਹਨਾਂ ਸਰੋਵਰ ਦੀ ਸਫਾਈ ਦੇ ਨਾਲ ਹੀ ਦਰਬਾਰ ਸਾਹਿਬ ਦੀ ਮੁੜ ਉਸਾਰੀ ਵੀ ਸ਼ੁਰੂ ਕਰ ਦਿੱਤੀ। ਉਹ ਹਰ ਵਿਸਾਖੀ ਦੀਵਾਲੀ ਤੇ ਨੇਮ ਨਾਲ ਹਜ਼ਾਰਾਂ ਦੀ ਤਾਦਾਦ ਵਿੱਚ ਦਰਬਾਰ ਸਾਹਿਬ ਇਕੱਠੇ ਹੁੰਦੇ ਰਹੇ ਅਤੇ ਸਿੱਖ ਪੰਥ ਦੀ ਹੋਣੀ ਨਾਲ ਸੰਬੰਧਿਤ ਅਹਿਮ ਮਸਲਿਆਂ ਤੇ ਭਰਪੂਰ ਵਿਚਾਰਾਂ ਕਰਨ ਉਪਰੰਤ ਢੁਕਵੇਂ ਫੈਸਲੇ ਲੈ ਕੇ ਆਪੋ ਆਪਣੇ ਕਰਮ ਖੇਤਰਾਂ ਨੂੰ ਮੁੜ ਜਾਂਦੇ ਰਹੇ। ਅਹਿਮਦ ਸ਼ਾਹ ਵਰਗਾ ਬਦਲਾਖੋਰ ਤੇ ਖੁੰਖਾਰੂ ਜਰਨੈਲ ਸਿੰਘਾਂ ਦੀ ਇਸ ਚੜ੍ਹਤ ਨੂੰ ਅਣਡਿੱਠ ਨਹੀਂ ਸੀ ਕਰ ਸਕਦਾ। ਨਾ ਉਸ ਨੂੰ ਕੋਈ ਪੁਰਾਣੀ ਗੱਲ ਭੁੱਲੀ ਸੀ। ਆਪਣੇ ਪੁੱਤਰ ਤੇ ਆਪਣੇ ਨਾਮੀ ਜਰਨੈਲ ਦੀ ਸਿੱਖਾਂ ਤੇ ਮਰਹੱਠਿਆਂ ਹੱਥੋਂ ਹੋਈ ਦੁਰਗਤ ਉਹਨੂੰ ਰਹਿ ਕੇ ਬਦਲਾ ਲੈਣ ਲਈ ਉਕਸਾ ਰਹੀ ਸੀ। ਮਰਹੱਟਿਆਂ ਨੂੰ ਤਾਂ ਉਸਨੇ ਪਾਣੀਪਤ ਵਿਖੇ ਕਰਾਰੀ ਹਾਰ ਦੇ ਕੇ 14 ਜਨਵਰੀ 1761 ਛੇਤੀ ਹੀ ਹਿਸਾਬ ਚੁਕਤਾ ਕਰ ਦਿੱਤਾ ਸੀ। ਪਰ ਯੁੱਧ ਕਲਾ ਵਿੱਚ ਨਿਪੁੰਨ ਤੇ ਯੁੱਧ ਨੀਤੀ ਦੇ ਮਾਹਰ ਇਸ ਅਫਗਾਨੀ ਜਰਨੈਲ ਨੇ ਮੁਨਾਸਬ ਤਿਆਰੀ ਤੇ ਢੁਕਵੇਂ ਮੌਕੇ ਤੋਂ ਪਹਿਲਾਂ ਸਿੱਖਾਂ ਨਾਲ ਪੰਗਾ ਲੈਣਾ ਮੁਨਾਸਬ ਨਾ ਸਮਝਿਆ। ਉਸ ਨੂੰ ਇਹ ਮੌਕਾ ਉਸ ਵਕਤ ਜੁੜ ਗਿਆ ਜਦ ਉਸਨੇ ਭਾਰਤ ਉੱਤੇ ਆਪਣੇ 6ਵੇਂ ਹਮਲੇ 1762 ਈਸਵੀ ਦੌਰਾਨ ਭਾਰੀ ਫੌਜ ਤੇ ਤੋਪਖਾਨਾ ਲੈ ਕੇ ਤਕਰੀਬਨ 50,000 ਦੀ ਗਿਣਤੀ ਵਿੱਚ ਇਕੱਠੇ ਹੋਏ ਲੜਾਕੂ ਸਿੰਘਾਂ ਦੇ ਦਲ ਨੂੰ ਉਹਨਾਂ ਦੀ ਵਹੀਰ ਪਰਿਵਾਰਾਂ ਸਮੇਤ ਮਲੇਰ ਕੋਟਲੇ ਦੇ ਨੇੜੇ ਕੁੱਪ ਨਾਂ ਦੇ ਪਿੰਡ ਕੋਲ ਜਾ ਕੇ ਕਸਵੇਂ ਘੇਰੇ ਵਿੱਚ ਲੈ ਲਿਆ ਅਤੇ 5 ਫਰਵਰੀ 1762 ਈਸਵੀ ਦੀ ਟਿੱਕੀ ਚੜ੍ਹਨ ਤੋਂ ਲੈ ਕੇ ਰਾਤ ਦਾ ਹਨੇਰਾ ਛਾ ਜਾਣ ਤੱਕ ਇੱਕੋ ਦਿਹਾੜੀ ਅੰਦਰ ਰਾਤ ਡੋਲਵੀਂ ਲੜਾਈ ਅੰਦਰ 20,000 ਤੱਕ ਸਿੰਘਾਂ ਨੂੰ ਇੱਕੋ ਸਾਹੇ ਕਤਲ ਕਰ ਦਿੱਤਾ। ਸਿੱਖ ਇਤਿਹਾਸ ਅੰਦਰ ਇਸ ਖੂਨੀ ਸਾਕੇ ਨੂੰ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ ਹੈ। ਪਰ ਏਡਾ ਖੂਨੀ ਕਹਿਰ ਵਰਤਾਉਣ ਤੋਂ ਬਾਅਦ ਵੀ ਅਬਦਾਲੀ ਦੇ ਸੀਨੇ ਅੰਦਰ ਬਲਦੀ ਅੱਗ ਸ਼ਾਂਤ ਨਾ ਹੋਈ। ਇਸ ਵਾਰ ਉਹ ਕਾਬਲ ਤੋਂ ਸਿੱਖਾਂ ਨੂੰ ਭਵਿੱਖ ਅੰਦਰ ਕਦੇ ਵੀ ਉੱਠਣ ਜੋਗਰੇ ਨਾ ਛੱਡਣ ਦਾ ਵਹਿਸ਼ੀ ਇਰਾਦਾ ਧਾਰ ਕੇ ਚੱਲਿਆ ਸੀ। ਇਸ ਕਰਕੇ ਜਿੰਨਾ ਚਿਰ ਸਿੱਖਾਂ ਦੀ ਸ਼ਰਧਾ ਤੇ ਸ਼ਕਤੀ ਦੇ ਸੋਮੇ ਨੂੰ ਪੂਰੀ ਤਰ੍ਹਾਂ ਨਸ਼ਟ ਨਹੀਂ ਸੀ ਕਰ ਦਿੱਤਾ ਜਾਂਦਾ, ਉਹਨਾਂ ਚਿਰ ਸਿੱਖਾਂ ਵੱਲੋਂ ਮੁੜ ਤੋਂ ਜੀਵਤ ਹੋ ਉੱਠਣ ਦੀ ਸੰਭਾਵਨਾ ਦੇ ਖਤਰੇ ਤੋਂ ਨਿਸ਼ਚਿੰਤ ਨਹੀਂ ਸੀ ਹੋਇਆ ਜਾ ਸਕਦਾ। ਇਹ ਜਨੂਨ ਅਬਦਾਲੀ ਨੂੰ ਦਰਬਾਰ ਸਾਹਿਬ ਉੱਤੇ ਕਹਿਰ ਵਰਤਾਉਣ ਵੱਲ ਲੈ ਤੁਰਿਆ। ਭਾਈ ਵੀਰ ਸਿੰਘ ਹੋਰਾਂ ਦੇ ਲਿਖਣ ਮੁਤਾਬਕ ਰਸਤੇ ਵਿੱਚ ਬੇਗੁਨਾਹ ਸਿੱਖਾਂ ਦੀ ਕਤਲਾਮਾ ਕਰਵਾਉਂਦਾ ਦੌਰਾਨੀ ਅੰਮ੍ਰਿਤਸਰ ਪਹੁੰਚਿਆ। ਸ਼ਹਿਰ ਵਿੱਚ ਤਾਂ ਕੋਈ ਸਿੱਖ ਹੈ ਹੀ ਨਹੀਂ ਸੀ। ਕੁਝ ਖੱਤਰੀ ਦੁਕਾਨਦਾਰ ਸਨ ਜੋ ਵਿੱਤ ਮੂਜਬ ਨਜ਼ਰਾਨੇ ਲੈ ਕੇ ਮਿਲ ਪਏ। ਜਦ ਦੁਰਾਨੀ ਦਰਬਾਰ ਸਾਹਿਬ ਪਹੁੰਚਾ ਤਦ 4 ਬਹਾਦਰ ਸਿੰਘ ਅੰਦਰ ਬੈਠੇ ਸੀ। ਇਹਨਾਂ ਨੂੰ ਵੇਖ ਕੇ ਪੁੱਛਿਆ ਕਿ ਤੁਸੀਂ ਕਿਉਂ ਬੈਠੇ ਹੋ? ਉੱਤਰ ਦਿੱਤਾ ਕਿ ਸਾਡਾ ਮੰਦਰ ਹੈ, ਜਿਸ ਕਰਕੇ ਬੈਠੇ ਹਾਂ। ਮਸ਼ੀਰ ਨੇ ਕਿਹਾ ਕਿ ਪਾਤਸ਼ਾਹ ਨੇ ਇਸ ਨੂੰ ਗਿਰਾ ਦੇਣਾ ਹੈ, ਤੁਸੀਂ ਜੇ ਚਲੇ ਜਾਓ ਤਦ ਮਾਫ ਕੀਤੇ ਜਾਓਗੇ। ਗਿਰਾ ਦੇਣਾ ਸੁਣ ਕੇ ਸਿੰਘ ਕਦ ਸਹਾਰ ਸਕਦੇ ਸਨ। ਝੱਟ ਤਲਵਾਰਾਂ ਫੜ ਲਈਆਂ। ਜਾਣਦੇ ਸਨ ਕਿ ਵੱਡੇ ਘੱਲੂਘਾਰੇ ਵਿੱਚ ਅਸੀਂ ਤਬਾਹ ਹੋ ਚੁੱਕੇ ਹਾਂ। ਜਾਣਦੇ ਸਨ ਕਿ ਸਾਡਾ ਤਲਵਾਰ ਧੂਣਾ ਕੋਈ ਅਸਰ ਨਹੀਂ ਰੱਖਦਾ, ਪਰ ਆਪਣੇ ਦੇਵੀ ਮੰਦਰ ਦੀ ਹੱਤਕ ਦਾ ਵਾਕ ਸੁਣ ਨਹੀਂ ਸਕਦੇ। ਪਰ ਨਾਲ ਉਮੀਦ ਕਰਦੇ ਸਨ ਕਿ ਸ਼ਾਇਦ ਮਰਦੇ ਹੋਏ ਅਹਿਮਦ ਸ਼ਾਹ ਨੂੰ ਹੀ ਮਾਰ ਜਾਈਏ ਤਾਂ ਕਾਰਜ ਰਾਸ ਹੋ ਜਾਏ। ਚੌਹਾਂ ਦੀਆਂ ਤਲਵਾਰਾਂ ਚਮਕੀਆਂ। ਅਹਿਮਦ ਸ਼ਾਹ ਤਾਂ ਬਾਹਰ ਹੋ ਗਿਆ ਤੇ ਉਸ ਦਾ ਬਾਡੀਗਾਰਡ ਸਿੱਖਾਂ ਨਾਲ ਜੁਟ ਪਿਆ। 2 ਘੰਟੇ ਤੱਕ ਤਲਵਾਰਾਂ ਦੇ ਦਾਓ ਘਾਓ ਹੋਏ। 25 ਪਠਾਨ ਕਤਲ ਕੀਤੇ। ਆਪ ਘਾਇਲ ਹੋਏ ਪਰ ਸ਼ਰਨ ਨਹੀਂ ਮੰਨੀ। ਇਸ ਹਾਲ ਤੇ ਹੁਕਮ ਹੋਇਆ ਕਿ ਦਰਵਾਜ਼ਾ ਬੰਦ ਕਰੋ
ਔਰ ਮਰਦੂਦਾਂ ਨੂੰ ਤਲਵਾਰ ਦੀ ਮੌਤ ਨਾ ਦਿਓ, ਸੁਰੰਗਾਂ ਭਰ ਕੇ ਮੰਦਰ ਉਡਾ ਦਿਓ, ਵਿੱਚੇ ਭੁੱਜ ਜਾਣਗੇ। ਹੁਣ ਫਿਰ ਤੋਪਾਂ ਦੀ ਬਾੜ ਪੈਣੀ ਸ਼ੁਰੂ ਹੋਈ। ਮੰਦਰ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚੇ ਔਰ ਸਿੰਘ ਸਾਰੇ ਸ਼ਹੀਦ ਹੋ ਗਏ। ਆਖਰੀ ਕੋਸ਼ਿਸ਼ ਸਿੱਖਾਂ ਦੀ ਸੀਨੇ ਹਿਲਾ ਦੇਣ ਵਾਲੀ ਸੀ, ਪਰ ਬੇਹੱਦ ਫੌਜ ਤੇ ਸਾਜੋ ਸਮਾਨ ਦੇ ਸਾਹਮਣੇ ਕੀ ਪੇਸ਼ ਜਾ ਸਕਦੀ ਸੀ। ਤਦ ਦੁਰਾਨੀਆਂ ਨੇ ਸੁਰੰਗਾਂ ਭਰ ਭਰ ਕੇ ਬਾਰੂਦ ਨਾਲ ਮੰਦਰ ਨੂੰ ਉਡਾ ਦਿੱਤਾ। ਇਸ ਵੇਲੇ ਇੱਟਾਂ ਉੱਡ ਉੱਡ ਕੇ ਲਿਖਦੇ ਹਨ 3-3 ਕੋਹ ਤੇ ਪਈਆਂ ਔਰ ਇੱਕ ਅਬਦਾਲੀ ਦੇ ਨੱਕ ਤੇ ਵੀ ਜਾ ਵੱਜੀ। ਪਰ ਏਡਾ ਵੱਡਾ ਭਾਣਾ ਵਾਪਰ ਜਾਣ ਦੇ ਬਾਵਜੂਦ ਸਿੱਖਾਂ ਨੇ ਦਿਲ ਨਹੀਂ ਸੀ ਛੱਡਿਆ ਅਤੇ ਨਾ ਹੀ ਹਿੰਮਤ ਹਾਰੀ ਸੀ, ਕਿਉਂਕਿ ਜ਼ੁਲਮ ਅੱਗੇ ਡਰ ਕੇ ਈਨ ਮੰਨ ਲੈਣੀ ਉਹਨਾਂ ਦੇ ਸੁਭਾਅ ਵਿੱਚ ਨਹੀਂ ਸੀ। ਮੈਲਕਮ ਦੇ ਹੇਠ ਲਿਖੇ ਸ਼ਬਦ ਸਿੱਖਾਂ ਦੇ ਇਸ ਲਾਸਾਨੀ ਚਿੱਤਰ ਦੀ ਬਹੁਤ ਹੀ ਜਚਵੀਂ ਪੇਸ਼ਕਾਰੀ ਕਰਦੇ ਹਨ। ਸਿੱਖ ਕੌਮ ਜਿਹੜੀ ਕਿ ਆਪਣੇ ਸਮੁੱਚੇ ਮੁੱਢਲੇ ਇਤਿਹਾਸ ਦੇ ਦੌਰਾਨ ਹਰ ਵਾਰੀ ਉਸ ਨੂੰ ਕੁਚਲਣ ਦੇ ਯਤਨਾਂ 'ਚੋਂ ਦੱਬੀ ਹੋਈ ਲਾੜ ਦੇ ਵਾਂਗ ਮੁੜ ਤੋਂ ਪਹਿਲਾਂ ਨਾਲੋਂ ਵੱਧ ਉਚੇਰੀ ਸ਼ਾਨ ਨਾਲ ਉੱਭਰ ਆਉਂਦੀ ਰਹੀ ਹੈ। ਜ਼ੁਲਮਾਂ ਦੇ ਤਾਰ ਨਾਲ ਜਿੰਨੀ ਆਪਣੀ ਇੱਕ ਮੁੱਠਤਾ ਵਿੱਚ ਪਰਪੱਕ ਹੋ ਗਈ ਹੈ, ਓਨੀ ਹੀ ਉਸ ਵਿੱਚ ਟਾਕਰੇ ਦੀ ਅਜਿੱਤ ਭਾਵਨਾ ਤੇ ਅਡਿੱਗ ਹਿੰਮਤ ਪੈਦਾ ਹੋ ਗਈ ਹੈ। ਅਬਦਾਲੀ ਹੱਥੋਂ ਦਰਬਾਰ ਸਾਹਿਬ ਦੀ ਇਸ ਕਦਰ ਹੋਈ ਤਬਾਹੀ ਤੇ ਬੇਅਦਬੀ ਦੀ ਖਬਰ ਨੇ ਸਿੱਖ ਹਿਰਦਿਆਂ ਨੂੰ ਵਿੰਨ ਕੇ ਰੱਖ ਦਿੱਤਾ ਸੀ। ਕੁਝ ਹਫ਼ਤਿਆਂ ਦੇ ਅੰਦਰ ਹੀ ਜਾਂਬਾਜ਼ ਸਿੱਖਾਂ ਦੇ ਛੋਟੇ-ਛੋਟੇ ਦਲ ਮੌਕਾ ਤਕਾ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪਹੁੰਚਣੇ ਸ਼ੁਰੂ ਹੋ ਗਏ। ਹੌਲੀ-ਹੌਲੀ ਆਮ ਸਿੱਖ ਜਨਤਾ ਅੰਦਰ ਆਪਣੇ ਨੁਕਸਾਨੇ ਇਸ਼ਟ ਦੇ ਦਰਸ਼ਨ ਦੀਦਾਰ ਕਰਨ ਦਾ ਜਜ਼ਬਾ ਤੇ ਰੌਂ ਇੰਨਾ ਜ਼ੋਰ ਫੜ ਗਿਆ ਸੀ ਕਿ ਅਕਸਰ ਇਹ ਹਜ਼ਾਰ ਸਿੱਖਾਂ ਦੇ ਕਾਫਲੇ ਅੰਮ੍ਰਿਤਸਰ ਵੱਲ ਜਾਂਦੇ ਤੇ ਵਾਪਸ ਮੁੜਦੇ ਆਮ ਨਜ਼ਰ ਆਉਣ ਲੱਗ ਪਏ ਸਨ। ਸਿੱਖਾਂ ਨੂੰ ਇਸ ਗੱਲ ਦੀ ਉੱਕਾ ਹੀ ਕੋਈ ਪਰਵਾਹ ਨਹੀਂ ਸੀ ਕਿ ਉਹਨਾਂ ਦਾ ਜੱਦੀ ਤੇ ਜਾਨੀ ਦੁਸ਼ਮਣ ਆਪਣੇ ਭਾਰੀ ਲਾਮ ਲਸ਼ਕਰ ਸਮੇਤ ਅੰਮ੍ਰਿਤਸਰ ਤੋਂ ਕੁਝ ਹੀ ਮੀਲਾਂ ਦੀ ਵਿੱਥ ਤੇ ਲਾਹੌਰ ਵਿਖੇ ਡੇਰਾ ਜਮਾਈ ਬੈਠਾ ਹੋਇਆ ਸੀ। 1762 ਈਸਵੀ ਦੀ ਦੀਵਾਲੀ ਤੇ ਸਿੱਖ ਜਨਤਾ ਦੂਣੀ ਸਿੱਖ ਦੇ ਉਤਸ਼ਾਹ ਨਾਲ ਦਰਬਾਰ ਸਾਹਿਬ ਪਹੁੰਚੀ। ਇਹ ਦੀਵਾਲੀ ਸਿੱਖਾਂ ਲਈ ਕਿਸੇ ਵੀ ਪੱਖ ਤੋਂ ਆਮ ਦੀਵਾਲੀ ਨਹੀਂ ਸੀ। ਇਹ ਉਹਨਾਂ ਲਈ ਬਹੁਤ ਹੀ ਵੱਖਰੇ ਅਰਥ ਗ੍ਰਹਿਣ ਕਰ ਗਈ ਸੀ। ਸਿੰਘ ਇਹ ਦੀਵਾਲੀ ਉਹਨਾਂ ਹਾਲਤਾਂ ਵਿੱਚ ਮਨਾ ਰਹੇ ਸਨ ਜਦ ਅੱਧੀ ਸਦੀ ਭਰ ਲੰਮੇ ਲਹੂ ਵੀਟਵੇਂ ਸੰਘਰਸ਼ ਦੌਰਾਨ ਉਹਨਾਂ ਦੀ ਤਕਰੀਬਨ ਅੱਧੀ ਕੌਮ ਖਤਮ ਹੋ ਚੁੱਕੀ ਸੀ। ਉਹਨਾਂ ਦਾ ਜਾਨ ਨਾਲੋਂ ਵੀ ਵੱਧ ਪਿਆਰਾ ਦਰਬਾਰ ਸਾਹਿਬ ਇੱਟ ਹੋ ਕੇ ਬਿਖਰਿਆ ਪਿਆ ਸੀ ਅਤੇ ਜਿਸ ਸਰੋਵਰ ਵਿੱਚ ਚੁੱਭੀ ਲਾਉਣ ਲਈ ਉਹਨਾਂ ਕਦੇ ਵੀ ਤਲਵਾਰਾਂ ਦੀਆਂ ਵਾੜਾਂ ਜਾਂ ਬੰਦੂਕਾਂ ਦੀਆਂ ਰੋਕਾਂ ਦੀ ਪਰਵਾਹ ਨਹੀਂ ਸੀ ਕੀਤੀ, ਉਹ ਸਰੋਵਰ ਮਲਬੇ ਤੇ ਗਊਆਂ ਦੇ ਪਿੰਜਰਾਂ ਨਾਲ ਪੂਰਿਆ ਪਿਆ ਸੀ। ਅਤੇ ਵੱਡੀ ਗੱਲ ਇਹ ਕਿ ਉਹਨਾਂ ਉੱਤੇ ਇਤਿਹਾਸ ਦਾ ਇਸ ਕਦਰ ਘਿਨਾਉਣਾ ਤੇ ਡਰਾਉਣਾ ਖੂਨੀ ਕਹਿਰ ਵਰਤਾਉਣ ਵਾਲਾ ਸ਼ੈਤਾਨ ਅਜੇ ਵੀ ਮੌਤ ਅਤੇ ਵਹਿਸ਼ਤ ਦੇ ਸਾਮਾਨ ਨਾਲ ਲੈਸ ਹੋਇਆ ਕੁਝ ਹੀ ਮੀਲਾਂ ਦੀ ਦੂਰੀ ਤੇ ਡੇਰਾ ਜਮਾ ਕੇ ਬੈਠਾ ਹੋਇਆ ਸੀ। ਅਜਿਹੀਆਂ ਦੁਸ਼ਵਾਰ ਹਾਲਤਾਂ ਵਿੱਚ ਵੀ ਖਾਲਸੇ ਵੱਲੋਂ ਦੀਵਾਲੀ ਮੌਕੇ 17 ਅਕਤੂਬਰ ਦਰਬਾਰ ਸਾਹਿਬ ਵਿਖੇ ਆ ਕੇ ਰੋਸ਼ਨੀਆਂ ਜਗਾਉਣੀਆਂ ਸਿੱਖਾਂ ਦੇ ਧਰਤੀ ਦੇ ਰੂਹਾਨੀ ਵਿਰਸੇ ਨੂੰ ਹਰ ਕੀਮਤ ਉਤੇ ਮਿਲਣ ਦੇ ਅਮੋੜ ਸ਼ੌਂਕ ਦਾ ਗਵਾਹ ਹੈ। ਇਤਫਾਕ ਵਸ ਹੀ ਉਸ ਸਾਲ ਦੀਵਾਲੀ ਦਾ ਸੂਰਜ ਗ੍ਰਹਿਣ ਦੇ ਨਾਲ ਮੇਲ ਢੁੱਕ ਗਿਆ ਸੀ। ਸੂਰਜ ਗ੍ਰਹਿਣ ਸੀ ਵੀ ਪੂਰਨ। ਖਾਲਸੇ ਲਈ ਆਪਣੇ ਪਾਵਨ ਤੇ ਪੂਜਨੀਕ ਸਥਾਨ ਉੱਤੇ ਜੰਗ ਲੜਨ ਦਾ ਇਸ ਨਾਲੋਂ ਢੁਕਵਾਂ ਮੌਕਾ ਹੋਰ ਕੀ ਹੋ ਸਕਦਾ ਸੀ। ਸੋ ਉਸ ਸਾਲ ਖਾਲਸਾ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਪਹੁੰਚਿਆ। ਇਤਿਹਾਸਕਾਰਾਂ ਦੇ ਅਨੁਮਾਨ ਅਨੁਸਾਰ ਇਹ ਗਿਣਤੀ 60,000 ਦੇ ਕਰੀਬ ਸੀ। ਜਿਵੇਂ ਸਾਰੀ ਦੀ ਸਾਰੀ ਕੌਮ ਹੀ ਇੱਕ ਮਨ ਬਣਾ ਕੇ ਅੰਮ੍ਰਿਤਸਰ ਵੱਲ ਧਾ ਪਈ ਹੋਵੇ। ਖਾਲਸਾ ਜੀ ਨੇ ਢੱਠੇ ਹੋਏ ਦਰਬਾਰ ਸਾਹਿਬ ਦੇ ਸਨਮੁਖ ਖਲੋ ਕੇ ਕਸਮਾਂ ਖਾਧੀਆਂ ਕਿ ਜੇਕਰ ਅਬਦਾਲੀ ਨੇ ਇਸ ਦੀਵਾਲੀ ਦੇ ਮੌਕੇ ਹਮਲਾ ਕਰਨ ਦੀ ਹਿਮਾਕਤ ਕੀਤੀ ਤਾਂ ਉਸ ਦੀ ਫੌਜ ਦੇ ਡੱਕਰੇ ਕਰਕੇ ਰੱਖ ਦੇਵਾਂਗੇ। ਸ਼ੁਰੂ ਤੋਂ ਹੀ ਸਿੱਖ ਗੁਰੂ ਦੇ ਚਰਨਾਂ ਵਿੱਚ ਜਾਨਾਂ ਵਾਰ ਦੇਣ ਨੂੰ ਵੱਡਾ ਧਨ ਭਾਗ ਮੰਨਦੇ ਰਹੇ ਹਨ। ਉਹਨਾਂ ਦੀ ਇਹ ਦ੍ਰਿੜ ਧਾਰਨਾ ਰਹੀ ਹੈ ਕਿ ਗੁਰੂ ਦੇ ਚਰਨਾਂ ਵਿੱਚ ਸੀਸ ਵਾਰ ਦੇਣ ਨਾਲ ਜਨਮ ਸਫਲਾ ਹੋ ਜਾਂਦਾ ਹੈ। ਜੇਕਰ ਸੀਸ ਲੱਗੇ ਗੁਰ ਅਰਥ, ਧਨ ਜਨਮ ਧਨ ਮਰਨ ਸਮਰੱਥ। ਪਰ ਉਧਰ ਅਬਦਾਲੀ ਦੀ ਹਾਲਤ ਇਹ ਸੀ
ਕਿ ਉਸ ਦਾ ਆਂਤਰਿਕ ਮਨ ਸਿੱਖਾਂ ਨਾਲ ਜੰਗ ਲੜਨ ਦੀ ਹਾਮੀ ਨਹੀਂ ਸੀ ਭਰ ਰਿਹਾ। ਉਸ ਨੇ ਜ਼ਿੰਦਗੀ ਵਿੱਚ ਆਪਣੇ ਦੁਸ਼ਮਣਾਂ ਤੇ ਆਮ ਲੋਕਾਂ ਤੇ ਵਹਿਸ਼ੀ ਜ਼ੁਲਮ ਢਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਰਹਿਣ ਦਿੱਤੀ। ਉਸ ਦੀ ਨਿਰਦਈ ਜ਼ਮੀਰ ਨੇ ਇਹਨਾਂ ਜ਼ੁਲਮਾਂ ਲਈ ਕਦੇ ਵੀ ਖਤਾਵਰ ਮਹਿਸੂਸ ਨਹੀਂ ਸੀ ਕੀਤਾ, ਪਰ ਸਿੱਖਾਂ ਦੇ ਮਾਮਲੇ ਵਿੱਚ ਉਸ ਨੂੰ ਕੁਝ ਵੱਖਰੀ ਤਰ੍ਹਾਂ ਦਾ ਆਤਮਿਕ ਅਨੁਭਵ ਮਹਿਸੂਸ ਹੋਣ ਲੱਗਾ ਸੀ। ਕਰੋਧ ਅਤੇ ਬਦਲੇ ਦੀ ਅੱਗ ਵਿੱਚ ਭੁੱਜਦਿਆਂ ਉਸ ਨੇ ਸਿੱਖਾਂ ਨਾਲ ਅੱਤ ਦਰਜੇ ਦੇ ਵਹਿਸ਼ੀ ਸਲੂਕ ਦਾ ਝੱਲ ਤਾਂ ਭਲੇ ਹੀ ਪੂਰਾ ਕਰ ਲਿਆ ਸੀ, ਪਰ ਇਸ ਨਾਲ ਉਸ ਦੀ ਆਤਮਾ ਉੱਤੇ ਪਾਪ ਦੇ ਪਰਛਾਵੇਂ ਦਾ ਕੋਈ ਅਸਹਿ ਬੋਝ ਬੈਠ ਗਿਆ ਸੀ। ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਜਨਰਲ ਕ੍ਰਿਸ਼ਨਾ ਸਵਾਮੀ ਸੁੰਦਰ ਜੀ ਦੀ ਹਮਲੇ ਤੋਂ ਬਾਅਦ ਮਾਨਸਿਕ ਦਸ਼ਾ ਵੀ ਕੁਝ ਅਜਿਹੀ ਹੋ ਗਈ ਸੀ। ਉਸ ਦੀ ਪਤਨੀ ਦੇ ਲਿਖਣ ਮੁਤਾਬਕ ਹਮਲੇ ਤੋਂ ਬਾਅਦ ਉਹ ਬਹੁਤ ਹੀ ਬਦਲ ਗਿਆ ਸੀ। ਉਸ ਦੇ ਹਾਸੇ ਉੱਡ ਗਏ ਸਨ। ਪੂਰਾ ਸਾਲ ਭਰ ਮਾਨਸਿਕ ਤੇ ਜਿਸਮਾਨੀ ਤੌਰ ਤੇ ਨਕਾਰਾ ਹੋ ਕੇ ਮੰਜੇ ਤੇ ਪਏ ਰਹਿਣ ਤੋਂ ਬਾਅਦ ਉਸ ਦੀ ਮੌਤ ਬਹੁਤ ਹੀ ਮੰਦੇ ਹਾਲੀ ਹੋਈ ਸੀ। ਸਿੱਖ ਕੌਮ ਜਿਵੇਂ ਦਿਨਾਂ ਮਹੀਨਿਆਂ ਦੇ ਅੰਦਰ ਹੀ ਰਾਖ ਦੇ ਢੇਰ ਵਿੱਚੋਂ ਮੁੜ ਸਾਬਤ ਸਬੂਤੀ ਉੱਠ ਖੜੀ ਹੋਈ ਸੀ, ਇੰਨੇ ਥੋੜੇ ਚਿਰ ਵਿੱਚ ਤਾਂ ਜੰਗ ਵਿੱਚ ਲੱਗੇ ਘਾਉ ਵੀ ਪੂਰੀ ਤਰ੍ਹਾਂ ਰਾਜੀ ਨਹੀਂ ਹੁੰਦੇ। ਇਸ ਗੱਲ ਨੇ ਅਬਦਾਲੀ ਨੂੰ ਅੰਦਰੋਂ ਅੰਦਰੀ ਕਿਤੇ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ। ਸਿੱਖਾਂ ਦੇ ਮਾਮਲੇ 'ਚ ਉਸ ਦਾ ਆਤਮ ਵਿਸ਼ਵਾਸ ਬੇਹੱਦ ਨਿਤਾਣਾ ਪੈ ਗਿਆ ਸੀ। ਅਜਿਹੀ ਢਹਿੰਦੀ ਮਨੋ ਅਵਸਥਾ ਵਿੱਚ ਉਸਨੇ ਭਾਰੀ ਸ਼ਸ਼ੋਪੰਜ ਤੇ ਮਾਨਸਿਕ ਖਿੱਚੋਤਾਣ ਦੇ ਬਾਅਦ ਸਿੱਖਾਂ ਵੱਲ ਸੁਲ੍ਹਾ ਸਫਾਈ ਦਾ ਹੱਥ ਵਧਾਉਣ ਦਾ ਫੈਸਲਾ ਕਰ ਲਿਆ। ਉਸਨੇ ਕਰੜੇ ਦਿਲ ਨਾਲ ਦਰਬਾਰ ਸਾਹਿਬ ਵਿਖੇ ਇਕੱਤਰ ਹੋਏ ਖਾਲਸੇ ਪਾਸ ਆਪਣਾ ਏਲਚੀ ਭੇਜ ਕੇ ਖਾਲਸੇ ਨੂੰ ਆਪਣੇ ਮਨ ਦੀ ਇੱਛਾ ਤੋਂ ਜਾਣੂ ਕਰਵਾ ਦਿੱਤਾ। ਪਰ ਖਾਲਸਾ ਪੰਥ ਅਬਦਾਲੀ ਦੁਆਰਾ ਢਾਏ ਜ਼ੁਲਮਾਂ ਨੂੰ ਇੰਨੀ ਛੇਤੀ ਤੇ ਇੰਨੀ ਸੌਖ ਨਾਲ ਭੁੱਲ ਜਾਣ ਜਾਂ ਮਾਫ ਕਰ ਦੇਣ ਦੀ ਰੌਂ ਵਿੱਚ ਨਹੀਂ ਸੀ। ਖਾਸ ਕਰਕੇ ਉਸ ਵਕਤ ਜਦੋਂ ਟੱਠਾ ਹੋਇਆ ਦਰਬਾਰ ਸਾਹਿਬ ਉਹਨਾਂ ਨੂੰ ਅੱਖਾਂ ਦੇ ਸਾਹਮਣੇ ਦਿਖਾਈ ਦੇ ਰਿਹਾ ਸੀ ਅਤੇ ਉਸ ਅੰਦਰ ਇਸ ਕੁਕਰਮ ਦੀ ਸਜ਼ਾ ਦੇਣ ਦੀ ਭਾਵਨਾ ਤੇ ਸ਼ਹਾਦਤ ਦਾ ਜਜ਼ਬਾ ਠਾਠਾਂ ਮਾਰ ਰਿਹਾ ਸੀ। ਸੋ ਅਣਖੀਲੇ ਖਾਲਸੇ ਨੇ ਦੁਰਾਨੀ ਦੀ ਸਮਝੌਤੇ ਦੀ ਪੇਸ਼ਕਸ਼ ਨੂੰ ਜੁੱਤੀ ਦੀ ਨੋਕ ਤੇ ਠਕਰਾਉਂਦੇ ਹੋਏ ਉਸ ਦੇ ਏਲਚੀ ਦੀ ਦੁਰਗਤ ਬਣਾ ਕੇ ਉਸ ਨੂੰ ਬੇਰੰਗ ਵਾਪਸ ਤੋਰ ਦਿੱਤਾ ਸੀ। ਸਿੰਘਾਂ ਦਾ ਇਹ ਅੰਦਾਜ਼ ਅਬਦਾਲੀ ਦੀ ਗੈਰਤ ਤੇ ਹੌਂ ਨੂੰ ਸਿੱਧੀ ਚੁਣੌਤੀ ਸੀ। ਉਸ ਦੇ ਸਾਹਮਣੇ ਇੱਕ ਵੱਡਾ ਧਰਮ ਸੰਕਟ ਖੜਾ ਹੋ ਗਿਆ। ਉਹ ਕੀ ਕਰੇ? ਕੋੜੀ ਬਣੇ ਜਾਂ ਕਲੰਕੀ ਅਖਵਾਏ? ਅਣਮੰਨੇ ਚਿੱਤ ਨਾਲ ਉਹ ਲਾਹੌਰ ਤੋਂ ਸਿੰਘਾਂ ਨਾਲ ਟੱਕਰ ਲੈਣ ਲਈ ਚੱਲ ਪਿਆ। ਦੀਵਾਲੀ ਤੋਂ ਪਹਿਲੀ ਰਾਤ ਅੰਮ੍ਰਿਤਸਰ ਪਹੁੰਚ ਕੇ ਉਸਨੇ ਸ਼ਹਿਰ ਦੇ ਬਾਰ-ਬਾਰ ਆਪਣੇ ਲਸ਼ਕਰ ਤਾਇਨਾਤ ਕਰ ਲਏ। ਇਸ ਤੋਂ ਬਾਅਦ ਜੋ ਹੋਇਆ ਉਸ ਦਾ ਵਰਣਨ ਹਰੀ ਰਾਮ ਗੁਪਤਾ ਦੀ ਕਲਮ ਨੇ ਇਸ ਤਰ੍ਹਾਂ ਕੀਤਾ ਹੈ। ਅਗਲੇ ਦਿਨ ਸਵਖਤੇ ਹੀ ਸਿੰਘਾਂ ਨੇ ਆਪਣੀਆਂ ਫੌਜਾਂ ਬੀੜ ਲਈਆਂ ਅਤੇ ਦੁਸ਼ਮਣ ਉੱਤੇ ਇਸ ਤਰ੍ਹਾਂ ਟੁੱਟ ਪਏ ਕਿ ਉਹਨਾਂ ਨੂੰ ਆਪਣੀਆਂ ਜਾਨਾਂ ਦੀ ਭੋਰਾ ਪਰਵਾਹ ਨਾ ਰਹੀ। ਅਫਗਾਨ ਵੀ ਬਰਾਬਰ ਤਾਣ ਅਤੇ ਹੌਸਲੇ ਨਾਲ ਲੜੇ ਅਤੇ ਉਹਨਾਂ ਆਪਣੇ ਸਮੇਂ ਦੇ ਏਸ਼ੀਆ ਦੇ ਸਭ ਤੋਂ ਆਲਾ ਦਰਜੇ ਦੇ ਜਰਨੈਲ ਦੀ ਅਗਵਾਈ ਵਿੱਚ ਯੁੱਧ ਕਲਾ ਦਾ ਭਰਪੂਰ ਮੁਜ਼ਾਹਰਾ ਕੀਤਾ। ਪਰੰਤੂ ਉਹਨਾਂ ਦੀ ਕੋਈ ਵੀ ਯੁੱਧ ਚਾਲ ਤੇ ਵਿਦਿਆ ਸਿੱਖਾਂ ਦੇ ਕੁਰਬਾਨੀ ਤੇ ਧਾਰਮਿਕ ਜਜ਼ਬੇ ਚੋਂ ਉਪਜੇ ਲੋੜੇ ਦੇ ਜੋਸ਼ ਉੱਤੇ ਭਾਰੀ ਨਾ ਪੈ ਸਕੀ। ਸਵੇਰ ਤੋਂ ਲੈ ਕੇ ਰਾਤ ਪੈਣ ਤੱਕ ਘਮਸਾਣ ਦਾ ਯੁੱਧ ਹੋਇਆ। ਅਖੀਰ ਵਿੱਚ ਸਿੱਖਾਂ ਦੀ ਹੈਰਤ ਅੰਗੇਜ਼ ਫੁਰਤੀ ਤੇ ਅਡੋਲ ਸਾਬਤ ਕਦਮੀ ਮੂਹਰੇ ਅਫਗਾਨੀਆਂ ਦਾ ਹੌਸਲਾ ਤੇ ਉਦਮ ਢਹਿ ਢੇਰੀ ਹੋ ਗਈ। ਮੱਸਿਆ ਦੇ ਗੂੜੇ ਹਨੇਰੇ ਦੀ ਵਜ੍ਹਾ ਕਰਕੇ ਰਾਤ ਨੂੰ ਲੜਾਈ ਬੰਦ ਹੋ ਗਈ। ਦੋਵੇਂ ਫੌਜਾਂ ਰਾਤ ਦੇ ਵਿਸ਼ਰਾਮ ਲਈ ਆਪੋ ਆਪਣੇ ਟਿਕਾਣਿਆਂ ਨੂੰ ਮੁੜ ਗਈਆਂ। ਪਰ ਸਵੇਰੇ ਪਤਾ ਲੱਗਾ ਕਿ ਅਹਿਮਦ ਸ਼ਾਹ ਅਬਦਾਲੀ ਤਾਂ ਰਾਤ ਦੇ ਹਨੇਰੇ ਦੀ ਓਟ ਵਿੱਚ ਲਾਹੌਰ ਨੂੰ ਪੱਤਰੇ ਬਾਚ ਗਿਆ ਸੀ। ਕੁਝ ਇਤਿਹਾਸਕਾਰਾਂ ਜਾਦੂਨਾਥ ਸਰਕਾਰ, ਐਨ.ਕੇ. ਸਿਨਹਾ ਤੇ ਮੈਲਕਮ ਵਗੈਰਾ ਨੇ ਇਤਿਹਾਸ ਵਿੱਚ ਦਰਜ ਸਿੱਖਾਂ ਦੀ ਸੂਰਬੀਰਤਾ ਦੇ ਇਸ ਬਿਰਤਾਂਤ ਦੇ ਸੱਚ ਹੋਣ ਬਾਰੇ ਸ਼ੰਕੇ ਪ੍ਰਗਟਾਏ ਹਨ। ਹਰੀ ਰਾਮ ਗੁਪਤਾ ਨੇ ਇਹਨਾਂ ਸ਼ੰਕਿਆਂ ਦਾ ਬਹੁਤ ਹੀ ਢੁਕਵਾਂ ਤੇ ਜਚਵਾਂ ਜਵਾਬ ਦਿੱਤਾ ਹੈ। ਅਸਲ ਵਿੱਚ ਜਿਹੜੇ ਵਿਅਕਤੀਆਂ ਨੂੰ ਧਾਰਮਿਕ ਨਿਸ਼ਠਾ ਚੋਂ ਉਪਜੇ ਜੋਸ਼ ਅਤੇ ਉਨਮਾਦ ਦੀ ਕੈਮਿਸਟਰੀ ਦਾ ਬੋਧ ਨਹੀਂ, ਉਹਨਾਂ ਨੂੰ ਸਿੱਖਾਂ ਦੀ ਬਹਾਦਰੀ ਦਾ ਇਹ ਵਰਣਨ ਵਾਕਿਆ ਹੀ ਅਤ ਕਥਨੀ ਲੱਗ ਸਕਦਾ ਹੈ। ਉਹਨਾਂ ਨੂੰ ਇਸ ਸੱਚ ਦੀ ਸਮਝ ਨਹੀਂ ਪੈ ਸਕਦੀ
ਕਿ ਖਾਲਸੇ ਦੁਆਰਾ ਲੜੀ ਗਈ ਇਹ ਜੰਗ ਕਿਸੇ ਵੀ ਲਿਹਾਜ਼ ਨਾਲ ਇਤਿਹਾਸ ਦੀ ਕੋਈ ਆਮ ਜੰਗ ਨਹੀਂ ਸੀ। ਇਸ ਜੰਗ ਦਾ ਦਰਬਾਰ ਸਾਹਿਬ ਨਾਲ ਜੁੜੇ ਹੋਣਾ ਹੀ ਇਸ ਨੂੰ ਇਤਿਹਾਸ ਦੀ ਇੱਕ ਅਨੂਠੀ ਜੰਗ ਦਾ ਰੁਤਬਾ ਪ੍ਰਦਾਨ ਕਰ ਦਿੰਦਾ ਹੈ। ਇਸ ਤੱਥ ਦੀ ਤੇ ਇਸ ਅੰਦਰ ਛੁਪੇ ਗਹਿਰੇ ਸੱਚ ਦੀ ਸਮਝ ਉਸ ਵਿਅਕਤੀ ਨੂੰ ਹੀ ਆ ਸਕਦੀ ਹੈ ਜਿਸ ਨੂੰ ਦਰਬਾਰ ਸਾਹਿਬ ਦੀ ਰੂਹਾਨੀਅਤ ਦੇ ਰਹੱਸ ਦਾ ਡੂੰਘਾ ਗਿਆਨ ਤੇ ਅਨੁਭਵ ਹੈ, ਅਤੇ ਨਾਲ ਹੀ ਇਸ ਗੱਲ ਦਾ ਵੀ ਕਿ ਰੂਹਾਨੀਅਤ ਹੀ ਮਿੱਟੀ ਦੇ ਕਣਾਂ ਨੂੰ ਪਵਿੱਤਰ ਬਣਾਉਂਦੀ ਹੈ। ਆਤਮਿਕ ਮਾਹੌਲ ਵਿੱਚ ਲੜੀ ਜਾਣ ਵਾਲੀ ਜੰਗ ਆਮ ਜੰਗਾਂ ਨਾਲੋਂ ਬਹੁਤ ਹੀ ਅਲੱਗ ਹੁੰਦੀ ਹੈ। ਇਸ ਉੱਤੇ ਜੰਗਾਂ ਦੇ ਆਮ ਨਿਯਮ ਲਾਗੂ ਨਹੀਂ ਹੁੰਦੇ। ਇਹੋ ਸਿੱਖ ਇਤਿਹਾਸ ਦੀ ਵਿਲੱਖਣਤਾ ਹੈ ਜੋ ਕਿ ਆਮ ਵਿਦਵਾਨਾਂ ਤੇ ਇਤਿਹਾਸਕਾਰਾਂ ਦੇ ਗੇੜ ਵਿੱਚ ਨਹੀਂ ਆਉਂਦੀ। ਇਸ ਸਿਧਾਂਤਕ ਉਕਾਈ ਦੀ ਵਜ੍ਹਾ ਕਰਕੇ ਹੀ ਭਾਰਤੀ ਫੌਜ ਨੇ ਜੂਨ 1984 ਵਿੱਚ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਸਮਰਥਕ ਮੁੱਠੀ ਭਰ ਸਿੰਘਾਂ ਵੱਲੋਂ ਨਫ਼ਰੀ ਤੇ ਹਥਿਆਰਾਂ ਪੱਖੋਂ ਕਈ ਗੁਣਾ ਤਾਕਤਵਰ ਭਾਰਤੀ ਫੌਜ ਨੂੰ ਇੰਨੀ ਜਚਮੀ ਟੱਕਰ ਦੇ ਸਕਣ ਦਾ ਯੋਗ ਪੂਰਵ ਅਨੁਮਾਨ ਨਹੀਂ ਸੀ ਲਾ ਸਕੇ। ਅਜਮੇਰ ਸਿੰਘ 20ਵੀਂ ਸਦੀ ਦੀ ਸਿੱਖ ਰਾਜਨੀਤੀ ਸਫਾ 441 ਤੋਂ 44। ਅਤੇ ਜਿਵੇਂ ਕਿ ਅੱਗੇ ਚੱਲ ਕੇ ਦੇਖਿਆ ਜਾਵੇਗਾ, ਇਸ ਵਜ੍ਹਾ ਕਰਕੇ ਹੀ ਭਾਰਤੀ ਹਾਕਮਾਂ ਨੂੰ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਪ੍ਰਗਟ ਹੋਏ ਖਾੜਕੂ ਉਭਾਰ ਦੀ ਵਿਆਕਰਣ ਸਮਝ ਨਹੀਂ ਸੀ ਪਈ। ਅਜੇ 8 ਕੁ ਮਹੀਨੇ ਪਹਿਲਾਂ ਹੀ ਸਿੱਖਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਮਲੀਆ ਮੇਟ ਕਰ ਦੇਣ ਦਾ ਦਾਅਵਾ ਕਰਨ ਤੇ ਮਾਣ ਕਰਨ ਵਾਲੇ ਏਸ਼ੀਆ ਦੇ ਸਭ ਤੋਂ ਤਾਕਤਵਰ ਜਰਨੈਲ ਨੂੰ ਜੰਗ ਦੇ ਮੈਦਾਨ 'ਚੋਂ ਇਸ ਕਦਰ ਜਲੀਲਪੂਰਨ ਢੰਗ ਨਾਲ ਭੱਜਣ ਲਈ ਮਜਬੂਰ ਕਰ ਦੇਣਾ ਖਾਲਸੇ ਦੀ ਕੋਈ ਛੋਟੀ ਪ੍ਰਾਪਤੀ ਨਹੀਂ ਸੀ। ਇਹ ਉਸ ਦੀ ਇੱਕ ਵੱਡੀ ਤੇ ਗੌਰਵਸ਼ਾਲੀ ਇਤਿਹਾਸਕ ਜਿੱਤ ਸੀ। ਇਸ ਕਰਕੇ ਅਗਲੇ ਸਾਲ 1763 ਵਿਸਾਖੀ ਦੇ ਅਵਸਰ 10 ਅਪ੍ਰੈਲ ਤੇ ਦਰਬਾਰ ਸਾਹਿਬ ਵਿਖੇ ਖਾਲਸੇ ਦਾ ਬਹੁਤ ਹੀ ਜੋਸ਼ੀਲਾ ਇਕੱਠ ਜੁੜਿਆ ਸੀ। ਹਮੇਸ਼ਾ ਵਾਂਗ ਸਿੱਖ ਪੰਥ ਦਾ ਧਿਆਨ ਸਭ ਤੋਂ ਪਹਿਲਾਂ ਸਰੋਵਰ ਦੀ ਸਫਾਈ ਤੇ ਦਰਬਾਰ ਸਾਹਿਬ ਤੇ ਹੋਰਨਾਂ ਇਮਾਰਤਾਂ ਦੀ ਮੁੜ ਉਸਾਰੀ ਵੱਲ ਗਿਆ। ਫੋਰਸਟਰ ਦੇ ਲਿਖਣ ਮੁਤਾਬਕ ਇਸ ਵਾਰ ਫਿਰ ਸਿੰਘਾਂ ਨੇ ਲਾਹੌਰ ਤੇ ਹੱਲਾ ਬੋਲ ਕੇ ਉਥੋਂ ਕੁਝ ਅਫਗਾਨੀਆਂ ਤੇ ਉਹਨਾਂ ਦੇ ਜੋਟੀਦਾਰ ਮੁਗਲਾਂ ਨੂੰ ਮੋੜ ਕੇ ਅੰਮ੍ਰਿਤਸਰ ਲੈ ਆਂਦਾ ਤੇ ਪਹਿਲਾਂ 1758 ਵਾਂਗ ਹੀ ਉਹਨਾਂ ਕੋਲੋਂ ਸਰੋਵਰ ਵਿੱਚੋਂ ਗਊਆਂ ਦੇ ਪਿੰਜਰ ਤੇ ਲਹੂ ਨਾਲ ਭੇਜਿਆ ਮਲਬਾ ਸਾਫ਼ ਕਰਵਾਇਆ। ਦੀਵਾਲੀ 4 ਨਵੰਬਰ ਤੱਕ ਸਿੱਖਾਂ ਨੇ ਸਰੋਵਰ ਸਾਫ਼ ਕਰਕੇ ਉਸ ਵਿੱਚ ਮੁੜ ਤੋਂ ਪਾਣੀ ਭਰ ਦਿੱਤਾ ਸੀ। ਇਸ ਤਰ੍ਹਾਂ ਤਕਰੀਬਨ 2 ਸਾਲ ਦੇ ਵਕਫੇ ਬਾਅਦ ਸਿੰਘਾਂ ਸਿੰਘਣੀਆਂ ਨੇ ਪੂਰੀ ਸ਼ਰਧਾ ਤੇ ਚਾਵਾਂ ਨਾਲ ਸਰੋਵਰ ਅੰਦਰ ਇਸ਼ਨਾਨ ਕੀਤੇ। ਇੱਥੇ ਹੀ ਸਿੰਘਾਂ ਕੋਲ ਅਬਦਾਲੀ ਦੇ ਸਿਰ ਕੱਢ ਜਰਨੈਲ ਜਹਾਨ ਖਾਨ ਵੱਲੋਂ ਮੁੜ ਤੋਂ ਭਾਰੀ ਲਾਮ ਲਸ਼ਕਰ ਲੈ ਕੇ ਪਿਸ਼ਾਵਰ ਤੋਂ ਹਿੰਦੁਸਤਾਨ ਨੂੰ ਰਵਾਨਾ ਹੋ ਜਾਣ ਦੀ ਖਬਰ ਪਹੁੰਚੀ ਸੀ। ਇਸ ਨਾਲ ਦਰਬਾਰ ਸਾਹਿਬ ਦੀ ਮੁੜ ਉਸਾਰੀ ਦਾ ਕਾਰਜ ਫਿਰ ਅਧਵਾਟੇ ਹੀ ਰੋਕ ਦਿੱਤਾ ਗਿਆ ਅਤੇ ਸਿੰਘਾਂ ਨੇ ਟੱਠੇ ਹੋਏ ਦਰਬਾਰ ਸਾਹਿਬ ਦੇ ਸਨਮੁਖ ਖਲੋ ਕੇ ਇੱਕ ਵਾਰ ਫਿਰ ਗੁਰੂ ਕੋਲੋਂ ਅਫਗਾਨੀ ਧਾੜਵੀਆਂ ਨੂੰ ਕਰਾਰੇ ਹੱਥ ਦਿਖਾਉਣ ਦਾ ਬਲ ਬਖਸ਼ਣ ਦਾ ਵਰ ਮੰਗਿਆ। ਜਹਾਨ ਖਾਨ ਨੂੰ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਰਾਹ ਵਿੱਚ ਹੀ ਜਾ ਟੱਕਰਨ ਦਾ ਫੈਸਲਾ ਕਰਕੇ ਸਿੰਘ ਪੂਰੇ ਜੋਸ਼ ਨਾਲ ਜੈਕਾਰੇ ਗੁਜਾਉਂਦੇ ਚੱਲ ਪਏ। ਉਹਨਾਂ ਅਫਗਾਨੀ ਲਸ਼ਕਰ ਨੂੰ ਝਨਾਹ ਦੇ ਪੱਤਣ ਤੇ ਵਜ਼ੀਰਾਬਾਦ ਦੇ ਲਾਗੇ ਹੀ ਜਾ ਫਤਿਹ ਗਜਾਈ। ਰੋਜ਼ ਆਏ ਖਾਲਸੇ ਨੇ ਅਫਗਾਨੀਆਂ ਉੱਤੇ ਇੰਨੀ ਜ਼ੋਰ ਦਾ ਧਾਵਾ ਬੋਲਿਆ ਕਿ ਜਹਾਨ ਖਾਨ ਦੀ ਫੌਜ ਦੇ ਪਹਿਲੇ ਹੱਲੇ ਹੀ ਪੈਰ ਉਖੜ ਗਏ। ਜਹਾਨ ਖਾਨ ਸਿਆਲਕੋਟ ਦੇ ਕਿਲ੍ਹੇ ਅੰਦਰ ਜਾ ਲੁਕਿਆ, ਪਰ ਜਦ ਸਿੰਘ ਕਿਲ੍ਹੇ ਨੂੰ ਵੀ ਪੈ ਨਿਕਲੇ ਤਾਂ ਘਾਬਰਿਆ ਖਾਨ ਜਾਨ ਬਚਾ ਕੇ ਵਾਪਸ ਪਿਸ਼ਾਵਰ ਵੱਲ ਪੱਤਰੇਬਾਜ਼ ਗਿਆ। ਉਸ ਦਾ ਸਾਰਾ ਮਾਲ ਅਸਬਾਬ ਸਿੰਘਾਂ ਦੇ ਕਬਜ਼ੇ ਵਿੱਚ ਆ ਗਿਆ। ਨਾਲ ਹੀ ਜਹਾਨ ਖਾਨ ਦੇ ਕੁਝ ਸਕੇ ਸੰਬੰਧੀ ਵੀ ਸਿੰਘਾਂ ਦੇ ਕਬਜ਼ੇ ਵਿੱਚ ਆ ਗਏ। ਪਰ ਉਸ ਜ਼ਮਾਨੇ ਦੇ ਸਿੰਘਾਂ ਦਾ ਸਦਾਚਾਰ ਇੰਨਾ ਬੁਲੰਦ ਸੀ ਕਿ ਉਹ ਕਿਸੇ ਔਰਤ ਜਾਂ ਬੇਹਥਿਆਰੇ ਵਿਅਕਤੀ ਉੱਤੇ ਹੱਥ ਨਹੀਂ ਸੀ ਚੁੱਕਦੇ। ਉਹਨਾਂ ਨੇ ਬੰਦੀ ਬਣਾਏ ਇਹ ਸਾਰੇ ਬੇਕਸੂਰ ਵਿਅਕਤੀ ਸਹੀ ਸਲਾਮਤ ਜੰਮੂ ਭੇਜ ਦਿੱਤੇ ਸਨ। ਖਾਲਸੇ ਨੇ ਵਾਪਸ ਅੰਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬ ਦੇ ਹਜ਼ੂਰ ਅਰਦਾਸ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਪਰ ਪੰਥ ਪੰਜਾਬ ਅਤੇ ਦਰਬਾਰ ਸਾਹਿਬ ਅਫਗਾਨੀਆਂ ਦੇ ਹਮਲੇ ਤੋਂ ਅਜੇ ਪੂਰੀ ਤਰ੍ਹਾਂ ਮਹਿਫੂਜ਼ ਨਹੀਂ ਸੀ ਹੋਇਆ। ਭਾਰਤ ਉੱਤੇ 7ਵੇਂ ਹਮਲੇ ਦਸੰਬਰ 1764 ਦੌਰਾਨ ਅਬਦਾਲੀ ਨੇ
ਇੱਕ ਵਾਰ ਫਿਰ ਦਰਬਾਰ ਸਾਹਿਬ ਉੱਤੇ ਹਮਲਾ ਬੋਲਿਆ। ਜਦ ਉਸਨੇ ਆਪਣੀ 66ਵੀਂ ਫੌਜ ਲੈ ਕੇ ਲਾਹੌਰ ਤੋਂ ਅੰਮ੍ਰਿਤਸਰ ਵੱਲ ਚਾਲੇ ਪਾਏ ਤਾਂ ਉਸ ਵੇਲੇ ਦਰਬਾਰ ਸਾਹਿਬ ਵਿਖੇ ਸਿਰਫ 30 ਕੁ ਦੇ ਕਰੀਬ ਸਿੰਘ ਸਨ। ਇਹਨਾਂ ਸਿੰਘਾਂ ਨੂੰ ਦੁਰਾਨੀਆਂ ਦੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਨੀਤ ਤੇ ਵਿਉਂਤ ਦੀ ਅਗਾਊਂ ਸੂਹ ਮਿਲ ਗਈ ਸੀ, ਪਰ ਉਹਨਾਂ ਜਾਨਾਂ ਬਚਾ ਕੇ ਉੱਥੋਂ ਖਿਸਕ ਜਾਣ ਦੀ ਥਾਵੇਂ ਆਪਣੇ ਇਸ਼ਟ ਦੀ ਅਜ਼ਮਤ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਜਾਵਣ ਦਾ ਚੇਤਨ ਫੈਸਲਾ ਕਰ ਲਿਆ ਸੀ। ਕਿਹਾ ਜਾਂਦਾ ਹੈ ਕਿ ਦੁਸ਼ਮਣ ਦੀ ਚਾਲ ਦੀ ਖਬਰ ਮਿਲਦਿਆਂ ਹੀ ਇਹਨਾਂ ਸਿੰਘਾਂ ਨੇ ਦਰਬਾਰ ਸਾਹਿਬ ਵਿਖੇ ਅਥਾਹ ਸ਼ਰਧਾ ਨਾਲ ਅਰਦਾਸ ਕੀਤੀ, ਸ਼ਹੀਦੀਆਂ ਬਾਣੇ ਪਹਿਨੇ ਅਤੇ ਗੁੱਟਾਂ ਦੇ ਗਾਨੇ ਬੰਨ੍ਹ ਕੇ ਪੂਰੇ ਚਾਵਾਂ ਨਾਲ ਲਾੜੀ ਮੌਤ ਨੂੰ ਵਿਆਹੁਣ ਦਾ ਇੰਤਜ਼ਾਰ ਕਰਨ ਲੱਗ ਪਏ। ਅਫਗਾਨੀ ਦਲ ਜਿਉਂ ਹੀ ਦਰਬਾਰ ਸਾਹਿਬ ਦੇ ਸਨਮੁਖ ਪਹੁੰਚਿਆ ਤਾਂ ਅੱਗੋਂ ਅਕਾਲ ਬੁੰਗੇ ਚੋਂ ਭਾਈ ਗੁਰਬਖਸ਼ ਸਿੰਘ ਦੀ ਅਗਵਾਈ ਹੇਠ 30 ਸਿੰਘਾਂ ਦਾ ਜਥਾ ਜੈਕਾਰੇ ਗੁੰਜਾਉਂਦਾ ਅਫਗਾਨੀਆਂ ਉੱਤੇ ਚੀਤਿਆਂ ਵਾਂਗ ਝਪਟ ਪਿਆ। ਅਬਦਾਲੀ ਦੇ ਕਾਫਲੇ ਨਾਲ ਆਏ ਇੱਕ ਬਲੋਚ ਬਿਰਤਾਂਤਕਾਰ ਕਾਜ਼ੀ ਨੂਰ ਮੁਹੰਮਦ ਨੇ ਉਸ ਅੱਖੀਂ ਡਿੱਠੀ ਲੜਾਈ ਦਾ ਵਰਣਨ ਬਹੁਤ ਹੀ ਪ੍ਰਭਾਵਸ਼ਾਲੀ ਲਹਿਜੇ ਵਿੱਚ ਕੀਤਾ ਹੈ। ਗਿਣਤੀ ਦੇ ਸਿੰਘਾਂ ਹੱਥੋਂ ਕਰਾਰੇ ਫੱਟ ਖਾ ਬੈਠਣ ਨਾਲ ਕ੍ਰੋਧ ਵਿੱਚ ਆਏ ਦੁਰਾਨੀਆਂ ਨੇ ਇੱਕ ਵਾਰ ਫਿਰ ਦਰਬਾਰ ਸਾਹਿਬ ਸਮੂਹ ਅੰਦਰ ਸਲਾਮਤ ਬਚੇ ਬਾਕੀ ਦੇ ਬੁੰਗੇ ਵੀ ਢਹਿ ਢੇਰੀ ਕਰ ਦਿੱਤੇ ਸਨ। ਪਰ ਕੁਝ ਮਹੀਨਿਆਂ ਬਾਅਦ ਹੀ ਵਿਸਾਖੀ ਦੇ ਮੌਕੇ 10 ਅਪ੍ਰੈਲ 1765 ਖਾਲਸਾ ਪੰਥ ਫਿਰ ਭਾਰੀ ਗਿਣਤੀ ਵਿੱਚ ਦਰਬਾਰ ਸਾਹਿਬ ਵਿਖੇ ਇਕੱਠਾ ਹੋ ਗਿਆ, ਜਿੱਥੇ ਉਹਨਾਂ ਆਪਣੀ ਤੇ ਦੁਸ਼ਮਣ ਦੀ ਤਾਕਤ ਦਾ ਹਿਸਾਬ ਕਿਤਾਬ ਲਾ ਕੇ ਲਾਹੌਰ ਉੱਤੇ ਫੈਸਲਾ ਕੁਨ ਹਮਲਾ ਕਰਨ ਦਾ ਅਹਿਮ ਰਾਜਨੀਤਿਕ ਤੇ ਸੈਨਿਕ ਫੈਸਲਾ ਕਰ ਲਿਆ। ਪਰ ਲਾਹੌਰ ਉੱਤੇ ਕਬਜ਼ਾ ਕਰਨ ਦੀ ਮੁਹਿੰਮ ਉੱਤੇ ਤੁਰਨ ਤੋਂ ਪਹਿਲਾਂ ਖਾਲਸੇ ਨੇ ਸਰੋਵਰ ਦੀ ਸਫਾਈ ਤੇ ਦੁਰਾਨੀਆਂ ਹੱਥੋਂ ਨੁਕਸਾਨੇ ਦਰਬਾਰ ਸਾਹਿਬ ਤੇ ਹੋਰਨਾਂ ਇਮਾਰਤਾਂ ਦੀ ਮੁਰੰਮਤ ਤੇ ਮੁੜ ਉਸਾਰੀ ਦੇ ਕਾਰਜ ਦੀ ਮੁਕੰਮਲ ਯੋਜਨਾ ਤਿਆਰ ਕੀਤੀ। ਹੁਣ ਖਾਲਸਾ ਪੰਥ ਦੁਸ਼ਮਣ ਹੱਥੋਂ ਆਪਣੇ ਇਸ਼ਟ ਦੀ ਰੱਖਿਆ ਕਰਨ ਬਾਰੇ ਵੱਧ ਸਵੈ ਭਰੋਸੇ ਵਿੱਚ ਹੋ ਗਿਆ ਸੀ। ਇਸ ਕਰਕੇ ਅੱਡ-ਅੱਡ ਮਿਸਲਾਂ ਨੇ ਦਰਬਾਰ ਸਾਹਿਬ ਅੰਦਰ ਆਪਣੇ ਠਿਕਾਣੇ ਬੁੰਗੇ ਉਸਾਰਨੇ ਸ਼ੁਰੂ ਕਰ ਦਿੱਤੇ। ਸਿੰਘਾਂ ਨੇ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦੇ ਸ਼ਹੀਦ ਹੋਏ ਸਾਰੇ ਸਿੰਘਾਂ ਦੀ ਯਾਦ ਨਿਸ਼ਾਨੀ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁਆਂਢ ਵਿੱਚ ਸ਼ਹੀਦ ਗੰਜ ਦੀ ਉਸਾਰੀ ਕੀਤੀ। ਪ੍ਰਸਿੱਧ ਇਤਿਹਾਸਕਾਰ ਜਗਤਾਰ ਸਿੰਘ ਗਰੇਵਾਲ ਨੇ ਇਸ ਘਟਨਾ ਦੀ ਮਹੱਤਤਾ ਦਰਸਾਉਂਦਿਆਂ ਲਿਖਿਆ ਹੈ ਕਿ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਸਮੂਹ ਰੂਹਾਨੀਅਤ ਤੇ ਦੁਨਿਆਵੀ ਸੱਤਾ ਦਾ ਪ੍ਰਤੀਕ ਸੀ ਅਤੇ ਹੁਣ ਇਸ ਵਿੱਚ ਇੱਕ ਤੀਜਾ ਸ਼ਹਾਦਤ ਦਾ ਚਿੰਨ੍ਹ ਵੀ ਸ਼ਾਮਲ ਹੋ ਗਿਆ ਸੀ। ਇਸ ਤਰ੍ਹਾਂ ਹੁਣ ਇਹ ਤਿੰਨੇ ਚਿੰਨ੍ਹ ਅਭਿੰਨ ਹੋ ਗਏ ਸਨ। ਇਸ ਦੇ ਨਾਲ ਹੀ ਦਰਬਾਰ ਸਾਹਿਬ ਅੰਦਰ ਗੁਰਬਾਣੀ ਦੇ ਪਾਠ ਤੇ ਕਥਾ ਕੀਰਤਨ ਦੇ ਨਿਰੰਤਰ ਪ੍ਰਵਾਹ ਲਈ ਪੱਕੇ ਬੰਦੋਬਸਤ ਕਰ ਦਿੱਤੇ ਗਏ। ਦਰਬਾਰ ਸਾਹਿਬ ਦੀ ਮੁੜ ਉਸਾਰੀ ਦੇ ਸ਼ੁਭ ਕਾਰਜ ਦੇ ਆਰੰਭ ਦੀ ਸੇਵਾ ਖਾਲਸਾ ਪੰਥ ਨੇ ਆਪਣੇ ਪਰਖੇ ਅਜ਼ਮਾਏ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ। ਇਹ ਕਾਰਜ ਕੋਈ 20 ਸਾਲਾਂ ਵਿੱਚ 1784 ਈਸਵੀ ਵਿੱਚ ਜਾ ਕੇ ਮੁਕੰਮਲ ਹੋਇਆ। ਇਸ ਤਰ੍ਹਾਂ ਵੱਧ ਹੌਸਲੇ ਤੇ ਚੜ੍ਹਤ ਵਿੱਚ ਆਏ ਸਿੰਘ ਕੋਈ ਮਹੀਨਾ ਭਰ ਦਰਬਾਰ ਸਾਹਿਬ ਵਿਖੇ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਤੇ ਖੁਸ਼ੀਆਂ ਮਨਾਉਂਦੇ ਰਹੇ। ਅਖੀਰ ਉਹ ਜੈਕਾਰੇ ਗੁਜਾਉਂਦੇ ਆਪਣੀਆਂ ਰਾਜਸੀ ਸੈਨਿਕ ਮੁਹਿੰਮਾਂ ਤੇ ਨਿਕਲ ਤੁਰੇ। ਚੜ੍ਹਤ 'ਚ ਆਏ ਸਿੰਘਾਂ ਨੇ ਲਾਹੌਰ ਉੱਤੇ ਕਬਜ਼ਾ ਕਰਨ ਦੀ ਮੁਹਿੰਮ ਛਿੱਤਰ ਨਾਲ ਬਟੇਰਾ ਕੁੱਟ ਲੈਣ ਵਰਗੀ ਆਸਾਨੀ ਨਾਲ ਹੀ ਫਤਿਹ ਕਰ ਲਈ। ਅਬਦਾਲੀ ਦਾ ਖਾਸ ਹਿੰਦੂ ਵਿਸ਼ਵਾਸ ਪਾਤਰ ਕਾਬਲੀ ਮਲ, ਜਿਸ ਨੂੰ ਉਸ ਵੇਲੇ ਲਾਹੌਰ ਦਾ ਹਾਕਮ ਹੀ ਸਮਝਿਆ ਜਾਂਦਾ ਸੀ, ਅਬਦਾਲੀ ਨੂੰ ਅਫਗਾਨਿਸਤਾਨ ਵੱਲ ਵਿਦਾ ਕਰਕੇ ਅਜੇ ਵਾਪਸ ਮੁੜ ਹੀ ਰਿਹਾ ਸੀ ਕਿ ਸਿੰਘਾਂ ਨੇ ਰਾਹ ਵਿੱਚ ਹੀ ਉਹਦਾ ਰਾਮਸਤ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪੰਜਾਬ ਅੰਦਰ ਸਿੰਘਾਂ ਦਾ ਮੁਕੰਮਲ ਦਬਦਬਾ ਕਾਇਮ ਹੋ ਗਿਆ। ਪਹਿਲਾਂ ਅੱਡ-ਅੱਡ ਮਿਸਲਾਂ ਨੇ ਆਪੋ ਆਪਣੇ ਖੇਤਰਾਂ ਅੰਦਰ ਆਪੋ ਆਪਣੀ ਸੁਤੰਤਰ ਰਾਜਸੀ ਸੱਤਾ ਕਾਇਮ ਕਰ ਲਈ ਅਤੇ ਅਖੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਖਿੰਡੀ ਪੁੰਡਰੀ ਸਿੱਖ ਰਾਜਸੀ ਸੱਤਾ ਨੂੰ ਇੱਕ 22ਵੇਂ ਕੇਂਦਰੀ ਸਿੱਖ ਰਾਜ ਵਿੱਚ ਇਕੱਠਿਆਂ ਕਰ ਦਿੱਤਾ। ਜਿੰਨਾ ਚਿਰ ਇਹ ਸਿੱਖ ਸੱਤਾ ਕਾਇਮ ਰਹੀ, 1765 ਤੋਂ ਲੈ ਕੇ 1849 ਤੱਕ, ਉਹਨਾਂ ਚਿਰ ਸਿੱਖਾਂ ਨੇ ਕਿਸੇ ਦੁਸ਼ਮਣ ਨੂੰ ਦਰਬਾਰ ਸਾਹਿਬ ਦੀ ਵਾਹ ਵੱਲ ਨਹੀਂ ਤੱਕਣ ਦਿੱਤਾ। ਭਾਵੇਂ ਅਹਿਮਦ ਸ਼ਾਹ ਅਬਦਾਲੀ ਨੇ 1767 ਈਸਵੀ ਵਿੱਚ ਅੰਮ੍ਰਿਤਸਰ ਉੱਤੇ ਇੱਕ ਹੋਰ ਹਮਲਾ ਕੀਤਾ ਸੀ, ਪਰ ਇਸ ਵਾਰ
ਉਸ ਦੀ ਦਰਬਾਰ ਸਾਹਿਬ ਵੱਲ ਤੱਕਣ ਦੀ ਹਿੰਮਤ ਨਹੀਂ ਸੀ ਪਈ। ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।